तेग बहादुर सिमरिए करनो निध आवे थाए। तेग बहादुर सिमरिए करनो निध आवे थाए। सब थाई होए सहाय, सब थाई होए सहाय, सब थाई होए सहाय, सब ताई होए सहाय। तेग बहादुर सिमरिए करनो निध आवे थाए। तेग बहादुर सिमरिए करनो निध आवे थाए। करनो निध आवे थाए। करनो निध आवे थाए। वाहिगुरु जी। वड़ा तेरा दरबार सच्चा तुद तखत, सिर शाह पातशाह नेचल चौर छत। पौड़ी वड्ढा वड्डा पार तेरा मरतबा, रंग प्रंग अनेक जापन करतबा। जिया अंदर जी सब जान ला, सब शेर वस तेरा घर भला। तेरा घर आनंद उदाई तुद घर, मान महता तेज अपना आप जर। सर्व कला भरपूर दी सहजत कथा, नानक दासन दास तुद आगे बिनवता। तेरा जी तेरा नाम सत है वाहिगुरु जी। पौड़ी वड्डी हुडाया पार तेरा मरतबा, रंग प्रांगणे कला जापन करतबा। जिया अंदर जियो सबके जान ला, सबके तेरे बस तेरा कर पला। तेरे कर आनंद वधाए तुद कर, मान महता तेज अपना आप जर। सर्व कला भरपूर दी सहजत कथा, नानक दासन दास तुद आगे बिनवता। श्लोक। पवन गुरु पानी पिता, माता तरत महत। दिवस रात दोए दाई दाया, खेले सगल जगत। चंगियाइयां बुरियाइयां वाचे धर्म हदूर। करमी आपो अपनी के नेड़े के दूर। जिनी नाम ते आया गए मशक्कत काल। नानक ते मुख उजले केती देना। वाहिगुरु जी का खालसा, वाहिगुरु जी की फतेह। ਵਾਹਿਗੁਰੂ। ਗੁਰ ਨਾਨਕ ਪਾਦ ਪੰਕਜ ਬੰਦ, ਸਿਮਰਾਂ ਅੰਗਦ ਦੂ।
ਗੁਰ ਅਮਰਦਾਸ ਧਿਆਵੋ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘ ਨਾਨਕੇ। ਬਿਘ ਨਾਨਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ। ਸ਼੍ਰੀ ਹਰਿ ਰਾਇ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋ। ਤੇਗ ਬਹਾਦਰ ਪਰਮ ਕਿਰਪਾਲਾ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦਾ ਬਾਰੰਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਕਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਰਹਿਣ ਲਗੇ ਪੁਨ ਪੁਰ ਕਰ ਤਾਰਾ। ਸਿਮਰਨ ਨਾਮ ਜਗਤ ਬਿਸਤਾਰਾ। ਦਿਨ ਪ੍ਰਤ ਦੂਨ ਚੋਨ ਵਿਸ਼ਾਲਾ। ਪਸਰੀ ਕੀਰਤ ਕਰਤੇ ਉਜਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। सतगुरु श्री गुरु नानक देव महाराज जियों के पावन पवित्र जीवन की कथा महाराज जियों के पावन पवित्र स्थानां ते मिल बैठ करके दर्शन करते हाँ जीवन दे। सतगुरु श्री गुरु हरगोबिंद महाराज जियों ने जो अज दा दिहाड़ा है पंज प्याले पंज पीर छटम पीर बैठा गुर भारी अर्जन काया पलट का मूरत हर गोबिंद सुवारी। चली पीढ़ी सोडियां रूप दिखावन वारो वारी दल भंजन गुर सूरमा वड जोधा बहु परोपकारी। ऐसे दीन दयाल पातशाह जी ने
ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਓ ਨੇ ਅੱਜ ਦੇ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਪਾਵਨ ਪਵਿੱਤਰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਜਿੱਥੇ ਨਾਲ ਪਾਵਨ ਪਵਿੱਤਰ ਸਥਾਨ ਭਗਤੀ ਦਾ ਪ੍ਰਤੀਕ ਹੈ, ਦੂਸਰੇ ਪਾਸੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ, ਜੋ ਸਿੱਖ ਨੂੰ ਮੀਰੀ ਤਥਾ ਪੀਰੀ ਦੇ ਸਿਧਾਂਤ ਦੇ ਨਾਲ ਮਹਾਰਾਜ ਜੀਓ ਨੇ ਪਰਪਕਤਾ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ, ਉਸ ਵਕਤ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਓ ਨੇ ਜਿੱਥੇ ਪਹਿਲਾਂ ਆਪ ਨੀਹੀਂ ਰੱਖੀ, ਕਿਸੀ ਰਾਜ ਨੇ ਹਾਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਮਹਾਂਪੁਰਖਾਂ ਨੇ ਕਾਰਜ ਸੰਪੰਨ ਕੀਤੇ ਔਰ ਦਿੱਲੀ ਦੇ ਤਖਤ ਤੋਂ ਉੱਚਾ ਰੱਖ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਮਹਾਰਾਜ ਜੀ ਨੇ ਕਰਵਾਇਆ। ਇਹ ਕੇਵਲ ਇਸ ਪ੍ਰਕਾਰ ਨਾਲ ਨਹੀਂ ਹੈ ਕਿ ਕੇਵਲ ਇੱਕ ਇਮਾਰਤ ਦੇ ਤੌਰ ਤੇ ਹੈ, ਨਹੀਂ, ਇਹ ਇੱਕ ਸਿੱਖ ਦੀ ਰਾਜ ਸੀ, ਭਾਵ ਜਿੱਥੇ ਨਿਸ਼ਾਨੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਨੂੰ ਦੋਵਾਂ ਗੁਣਾਂ ਦੇ ਨਾਲ ਸੰਪੰਨ ਕੀਤਾ ਹੈ। ਅੱਜ ਵੀ ਜਦੋਂ ਪਾਵਨ ਪਵਿੱਤਰ ਮੁਬਾਰਕ ਸਥਾਨ ਤੇ ਆਪਾਂ ਦਰਸ਼ਨ ਦਿਦਾਰਿਆਂ ਵਾਸਤੇ ਜਾਂਦੇ ਹਾਂ, ਭਗਤੀ ਦਾ ਨਿਸ਼ਾਨ ਉੱਚਾ ਹੈ, ਸ਼ਕਤੀ ਦਾ ਜਿਹੜਾ ਨਿਸ਼ਾਨ ਉਹ ਥੋੜਾ ਨੀਵਾਂ ਹੈ। ਇੱਕ ਨਿਸ਼ਾਨ ਸਭ ਲੰਬਾਈ ਉੱਚੀ ਹੈ, ਇੱਕ ਨੀਵਾਂ ਹੈ। ਭਾਵ ਇਹਦਾ ਇਹੋ ਸੀ ਕਿ ਜਿਹੜਾ ਭਗਤੀ ਹੈ, ਭਗਤੀ ਅੱਗੇ ਚੱਲੇਗੀ, ਸ਼ਕਤੀ ਉਹਦੇ ਪਿੱਛੇ ਚੱਲੇਗੀ। ਸ਼ਕਤੀ ਭਗਤੀ ਦੀ ਰਾਖੀ ਵਾਸਤੇ ਹੈ। ਪ੍ਰਾਤਨ ਕਾਲ ਇਤਿਹਾਸ ਦੇ ਵਿੱਚੋਂ ਆਪਾਂ ਵੇਖਨੇ ਹਾਂ, ਜਿਨ੍ਹਾਂ ਨੇ ਕੇਵਲ ਹੱਥ ਦੇ ਅੰਦਰ ਸ਼ਮਸ਼ੀਰ ਪਕੜੀ, ਤਲਵਾਰ ਪਕੜੀ, ਮੁਗਲਾਂ ਨੇ, ਉਹ ਜ਼ਾਲਮ ਬਿਰਤੀ ਦੇ ਬਣੇ। ਦੂਸਰੇ ਪਾਸੇ ਉਹ ਲੋਕ ਵੀ ਸਨ ਜਿਨ੍ਹਾਂ ਨੇ ਜੀਵਨ ਵਿੱਚ ਜਿਹੜੇ ਕਹਿੰਦੇ ਸਨ, ਹਮ ਤੋਂ ਤੋਲਣ ਜਾਣੇ, ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਉਹ ਵੀ ਲੋਕ ਸਨ ਜਿਨ੍ਹਾਂ ਕਿਹਾ ਵੀ ਅਸੀਂ ਨਹੀਂ ਕਦੇ ਵੀ ਤਲਵਾਰ ਪਕੜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਨੂੰ ਦੋਵਾਂ ਗੁਣਾਂ ਦੇ ਨਾਲ ਸੰਪੰਨ ਕੀਤਾ। ਮਹਾਰਾਜ ਜੀਆਂ ਨੇ ਕਿਹਾ, ਗੁਰੂ ਕੇ ਸਿੱਖਾ ਭਗਤੀ ਕਰ, ਪਰ ਭਗਤੀ ਕਰਦਿਆਂ ਕਰਦਿਆਂ ਇਸ ਪ੍ਰਕਾਰ ਨਾਲ ਭਗਤੀ ਨਾ ਕਰੀ ਕਿ ਬੈਠਿਆਂ ਹੋਇਆ ਤੂੰ ਅੱਖਾਂ ਬੰਦ ਕਰਕੇ ਬੈਠਾ ਹੋਵੇਂ ਤੇ ਕੋਈ ਧੌਣ ਲਾ ਕੇ ਲੈ ਜਾਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਗਤੀ ਦੀ ਰਾਖੀ ਵਾਸਤੇ ਨਾਲ ਸ਼ਕਤੀ ਬਖਸ਼ਿਸ਼ ਕੀਤੀ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਵੇਲੇ ਉਸ ਵਕਤ ਵੀ ਜਿਹੜੇ ਕੋਈ ਵੀ ਕਿਸੇ ਦੇ ਕੋਈ ਲੜਾਈ ਝਗੜੇ ਆਦਿ ਹੋਣੇ, ਦਿੱਲੀ ਦੀ ਥਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਪਵਿੱਤਰ ਮੁਬਾਰਕ ਸਥਾਨ ਤੇ ਉੱਥੇ ਹੀ ਉਹ ਝਗੜੇ ਨਿਬੜਨ ਲੱਗੇ। ਕੋਈ ਕਿਸੇ ਪ੍ਰਕਾਰ ਦਾ ਕੋਈ ਝਗੜਾ ਆਦਿ ਹੋਣਾ, ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਉੱਥੇ ਹੀ ਨਿਬੜ ਜਾਣਾ। ਸੰਧਿਆ ਵੇਲੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਿੱਥੇ ਬੈਠ ਕਰਕੇ ਸੋਦਰ ਦਾ ਪਾਠ ਸਰਵਣ ਕਰਨਾ, ਮਹਾਰਾਜ ਜੀ ਨੇ ਉੱਥੇ ਢਾਡੀ ਵਾਰਾ ਸਰਵਣ ਕਰਨੀਆਂ, ਮੀਰ ਅਬਦੁੱਲਾ ਤੇ ਨੱਥਾ। ਸੱਚਾ ਤਖਤ ਸਹਾਇਓ ਸ੍ਰੀ ਗੁਰ ਪਾਏ ਕਾ, ਛਬ ਬਰਨੀ ਨਹੀਂ ਜਾਏ, ਕਹੋ ਕਿਆ ਗਾਏ ਕਾ, ਰਵ ਸਸ ਭਏ ਮਲੀਨ ਸੋ ਦਰਸ ਦਿਖਾਏ ਕਾ, ਸ਼੍ਰੀ ਪ੍ਰਭ ਤਖਤ ਬਿਰਾਜੇ ਪ੍ਰਭੂ ਧਿਆਏ ਕਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਤਖਤਾ ਪਰ ਸੁਸ਼ੋਭਤ ਹੋਏ। ਮੀਰ ਅਬਦੁੱਲਾ ਔ ਨੱਥਾ ਜਸ ਕਹਿਓ ਬਨਾਏ ਕੈ, ਕੀ ਉਹਨਾਂ ਨੇ ਜਸ ਕਿਹਾ, ਪੌੜੀ ਪੜੀ ਉਹਨਾਂ ਨੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਗੀਰ ਜੀ। ਤੇ ਪੌੜੀ ਦੀ ਸਮਾਪਤੀ ਕੀਤੀ, ਪੱਗ ਤੇਰੀ ਕੀ ਜਹਾਂਗੀਰ ਦੀ।
ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੋ ਆਪ ਜੀਓ ਦਾ ਤੇਜ ਪ੍ਰਤਾਪ ਹੈ। ਮਹਾਰਾਜ ਆਪ ਜੀਓ ਦੇ ਤੇਜ ਪ੍ਰਤਾਪ ਦੇ ਸਾਹਮਣੇ ਜਹਾਂਗੀਰ ਵੀ ਫਿੱਕਾ ਬਹਿੰਦਾ ਹੈ। ਜਦੋਂ ਮਹਾਰਾਜ ਜੀਓ ਨੇ, ਕਿਉਂਕਿ ਗੁਰਮੁਖੋ ਸਤਿਗੁਰੂ ਮਹਾਰਾਜ ਜੀ ਉਸ ਵਕਤ 11 ਸਾਲਾਂ ਦੇ ਸਨ ਜਿਸ ਦੇ ਪਿਤਾ ਗੁਰੂ ਦੀ ਸ਼ਹਾਦਤ ਹੋਈ ਸੀ। 11 ਸਾਲਾਂ ਦੇ ਸਨ ਵਾਹਿਗੁਰੂ। 1595 ਦਾ ਅਵਤਰਨ ਮਹਾਰਾਜ ਜੀ ਦਾ, ਸਨ 1606 ਨੂੰ ਪਾਤਸ਼ਾਹ ਜੀਆਂ ਦੀ ਸ਼ਹਾਦਤ ਹੁੰਦੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ। ਸਿੱਖ ਬੜੇ ਉਸ ਵਕਤ ਕਈ ਬੜੇ ਨਿਰਾਸ਼ਾਵਾਦੀ ਹੋ ਗਏ ਵੀ ਹੁਣ ਕੀ ਬਣੇਗਾ, ਹੁਣ ਆਪਾਂ ਮੁਗਲਾਂ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਹੋਵੇਗੀ, ਕਿਵੇਂ ਹੋਵੇਗਾ, ਗਿਣਤੀ ਮਾਝੇ ਵਿੱਚ ਥੋੜੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਉਸ ਵਕਤ ਫਿਰ ਜੋ ਪਿਤਾ ਗੁਰੂ ਜੀਆਂ ਦਾ ਪਾਵਨ ਪਵਿੱਤਰ ਹੁਕਮ ਦਿੱਤਾ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਸਾਂ ਨੇ ਸ਼ਸਤਰਬੱਧ ਹੋਣਾ ਹੈ, ਸ਼ਸਤਰ ਨਾਲ ਤੁਹਾਡੇ ਹੋਣਗੇ, ਔਰ ਜੋ ਤੁਸੀਂ ਜਿਸ ਪ੍ਰਕਾਰ ਦੇ ਨਾਲ ਮੁਗਲਾਂ ਨੇ ਭਾਜੀ ਪਾਈ ਹੈ ਉਸੇ ਤਰ੍ਹਾਂ ਤੁਸੀਂ ਇਹਨਾਂ ਨਾਲ ਵਰਤੋਂ ਵਿਹਾਰ ਰੱਖੋਗੇ। ਥੋੜੇ ਸਮੇਂ ਦੇ ਅੰਦਰ ਹੀ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੱਡੀ ਫੌਜ ਉੱਥੇ ਤਿਆਰ ਹੋਈ। ਬਾਬਾ ਵਿਧੀ ਚੰਦ ਜੀ ਸੁਰ ਸਿੰਘ ਪਿੰਡ ਤੋਂ, ਜਿੱਥੇ ਹੋਰ ਵੀ ਨਾਲ 400-500 ਦੇ ਕਰੀਬ ਜਿਹੜੇ ਨੌਜਵਾਨ ਉੱਠ ਕੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ, ਪਾਤਸ਼ਾਹ ਸਾਡੀ ਬੇਨਤੀ ਹੈ, ਸਾਨੂੰ 6 ਮਹੀਨਿਆਂ ਬਾਅਦ ਪਹਿਨਣ ਵਾਸਤੇ ਕੋਈ ਚੋਲਾ ਕੱਪੜਾ ਦੇ ਦਿਓ, ਸਵੇਰ ਤੇ ਸ਼ਾਮ ਦਾ ਭੋਜਨ ਪ੍ਰਸ਼ਾਦ, ਤੀਜੀ ਸਾਡੀ ਮੰਗ ਕੋਈ ਨਹੀਂ, ਜਿੱਥੇ ਪਾਤਸ਼ਾਹ ਤੁਹਾਡਾ ਹੁਕਮ ਹੋਵੇਗਾ ਸਰੀਰ ਰੂਪੀ ਠੀਕਰਾ ਅਸੀਂ ਉੱਥੇ ਭੰਨ ਦੇਵਾਂਗੇ। ਮਹਾਰਾਜ ਜੀਆਂ ਦੇ ਕੋਲ ਅਜਿਹੇ ਜਿਹੜੇ ਜੁਝਾਰੂ ਪਾਤਸ਼ਾਹ ਜੀਆਂ ਦੇ ਕੋਲ ਪਾਵਨ ਪਵਿੱਤਰ ਉਹਨਾਂ ਸਥਾਨਾਂ ਤੇ ਆਣ ਕੇ ਜੁੜੇ। ਸਾਧ ਸੰਗਤ ਜੀਓ, ਕੇਵਲ ਉਸ ਵਕਤ ਹੀ ਨਹੀਂ, ਮੁਗਲਿਆ ਰਾਜ ਵੇਲੇ ਹੀ ਨਹੀਂ, ਸਿੱਖ ਰਾਜ ਵੇਲੇ ਵੀ ਜਾਂ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਸਰਕਾਰਾਂ ਨੂੰ ਪਾਵਨ ਪਵਿੱਤਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲੀ ਹੋਈ ਆਵਾਜ਼ ਚੁੱਭਦੀ ਰਹੀ ਹੈ। ਪਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੋਂ ਨਿਕਲੀ ਹੋਈ ਆਈ ਹੋਈ ਆਵਾਜ਼ ਨੂੰ ਭਾਵਨਾ ਵਾਲਾ ਗੁਰੂ ਕਾ ਸਿੱਖ ਬੜੇ ਸ਼ਰਧਾ ਭਾਵਨੀ ਦੇ ਨਾਲ ਨਮਸਕਾਰ ਕਰਦਾ ਹੈ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਜੀਆਂ ਦੇ ਪਾਵਨ ਪਵਿੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਵੇਂ। ਸੋ ਸਾਧ ਸੰਗਤ ਜੀਓ, ਮਹਾਰਾਜ ਜੀਓ ਦੇ ਪਾਵਨ ਪਵਿੱਤਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਜ ਸਿਰਜਣਾ ਦਿਵਸ ਤੇ ਸਾਧ ਸੰਗਤ ਜੀਓ ਲੱਖ ਲੱਖ ਵਧਾਈਆਂ ਹੋਵਣ ਜੀ। ਸੋ ਆਓ, ਜੋ ਲੜੀਵਾਰ ਪਾਵਨ ਪਵਿੱਤਰ ਮੁਬਾਰਕ ਆਪਾਂ ਵਿਚਾਰਾ ਸਰਵਣ ਕਰ ਰਹੇ ਹਾਂ। ਭਾਈ ਮੂਲੇ ਦਾ ਉਧਾਰ ਕੱਲ ਰੋਜ਼ ਦੀ ਸਾਖੀ ਵਿੱਚ ਆਪਾਂ ਸਰਵਣ ਕੀਤਾ। ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਭਾਈ ਮੂਲਾ ਜੀ, ਮੌਤ ਦਾ ਕੀ ਪਤਾ ਹੈ ਕਿਹੜੀ ਥਾਂ ਤੇ ਆਣ ਕੇ ਦਸਤਖਤ ਭਾਵ ਕਿੱਥੇ ਆਣ ਕੇ ਮੂੰਹ ਵਿਖਾਲ ਦੇਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮੂਲੇ ਦਾ ਉਧਾਰ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਜੀ ਬੈਠ ਕੀਆ ਪਾਸਾਰਾ। ਮਹਾਰਾਜ ਜੀ ਕਰਤਾਰਪੁਰੇ ਪਾਵਨ ਪਵਿੱਤਰ ਸਥਾਨ, ਇੱਕ ਕਰਤਾਰਪੁਰ ਆਪਣੇ ਜਲੰਧਰ ਲਾਗੇ ਹੈ, ਦੂਸਰਾ ਕਰਤਾਰਪੁਰ ਹੁਣ ਮੌਜੂਦਾ ਪਾਕਿਸਤਾਨ ਦੇ ਅੰਦਰ ਹੈ। ਸੰਗਤਾਂ ਭਾਵਨਾ ਨਾਲ ਉਸ ਪਾਵਨ ਪਵਿੱਤਰ ਸਥਾਨ ਤੇ ਦਰਸ਼ਨ ਦਿਦਾਰ ਕਰਦੀਆਂ ਹਨ। ਸੋ ਆਓ ਸਾਧ ਸੰਗਤ ਜੀਓ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਪਾਵਨ ਪਵਿੱਤਰ ਪ੍ਰਸੰਗ ਅੱਗੇ ਸਰਵਣ ਕਰੀਏ ਜੀ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਰੈਨ ਲਗੇ ਪੁਨਪੁਰ ਕਰਤਾਰਾ। ਪਾਤਸ਼ਾਹ ਜੀ ਕਰਤਾਰਪੁਰੇ ਆਏ, ਪਰਿਵਾਰ ਪ੍ਰਸੰਨ ਹੋਇਆ। ਬਾਬਾ ਸ਼੍ਰੀ ਚੰਦ ਜੀ ਧਾ ਕੇ ਮਿਲੇ, ਬਾਬਾ ਲਖਮੀ ਦਾਸ ਮਹਾਰਾਜ ਜੀ ਉਹਦੇ ਸੁਪੁੱਤਰ ਧਾ ਕੇ ਚਰਨਾਂ ਪਰ ਲਪਟੇ।
ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਕਰਤਾਰਪੁਰ ਪਾਵਨ ਪਵਿੱਤਰ ਸਥਾਨ ਤੇ ਪਾਤਸ਼ਾਹ ਜੀ ਉੱਥੇ ਰਹਿਣ ਲੱਗੇ ਸਿਮਰਨ ਨਾਮ ਜਗਤ ਬਿਸਤਾਰਾ। ਔਰ ਜਗਤ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਜਾਪ ਜਪਾਇਆ। ਦਿਨ ਪ੍ਰਤ ਦੂਨ ਚੂਨ ਵਿਸ਼ਾਲਾ। ਦਿਨ ਪ੍ਰਤ ਦੂਣੀ ਚੌਣੀ ਪਾਤਸ਼ਾਹ ਜੀਓ ਦੀ ਜਿਹੜੀ ਕੀਰਤੀ ਹੈ ਜਸ ਮਹਾਰਾਜ ਜੀਓ ਦਾ ਫੈਲਣ ਲੱਗਾ। ਪਸਰੀ ਕੀਰਤ ਕਰਤੇ ਉਜਾਲਾ। ਔਰ ਸਾਰੇ ਪਾਸੇ 10 ਦਿਸ਼ਾਵਾਂ ਵੱਲ ਮਹਾਰਾਜ ਜੀਓ ਦੀ ਕੀਰਤੀ ਪਸਰੀ ਹੈ। 10 ਦਿਸ਼ ਜੀਤੀ ਤੇਜ ਸਵਾਇਆ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਨੇ ਆਪਣੇ ਪ੍ਰਚਾਰਕ ਦੌਰਿਆਂ ਦੌਰਾਨ 10 ਦਿਸ ਜੀਤੀ ਭਾਵ ਸਾਰੇ ਪਾਸੇ ਮਹਾਰਾਜ ਜੀ ਜਿੱਤ ਕਰਕੇ ਵਿਚਾਰਾ ਅੰਦਰ। ਔਰ ਮਹਾਰਾਜ ਜੀਆਂ ਦਾ ਜਿਹੜਾ ਤੇਜ ਪ੍ਰਤਾਪ ਉਹ ਦੂਣ ਸਵਾਇਆ ਹੋਇਆ ਹੈ। ਸਤਨਾਮ ਦਾ ਚੱਕਰ ਫਿਰਾਇਆ। ਔਰ ਪਰਿਪੂਰਨ ਪਰਮਾਤਮਾ ਦੇ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਮਹਾਰਾਜ ਜੀ ਨੇ ਜਪਾਇਆ ਹੈ। ਪੀਰ ਅਮੀਰ ਜਗਤ ਮੈਂ ਜੀ। ਜਿੰਨੇ ਵੀ ਕੋਈ ਪੀਰ ਪੈਗੰਬਰ ਔਲੀਏ ਉਸ ਵਕਤ ਜਗਤ ਦੇ ਅੰਦਰ ਹਯਾਤੀ ਵਿੱਚ ਸਨ। ਜਿਹੜੇ ਪਾਤਸ਼ਾਹ ਜੀ ਦੀ ਮਹਿਮਾ ਕਈ ਸੁਣ ਕੇ ਆਏ, ਕਈਆਂ ਕੋਲ ਮਹਾਰਾਜ ਜੀ ਉਹਨਾਂ ਦਾ ਪਾਖੰਡ ਵੀ ਨਿਵਰਤ ਕਰਨ ਵਾਸਤੇ ਗਏ। ਜਿਨ੍ਹਾਂ ਨੇ ਸੁਣਿਆ ਮਹਾਰਾਜ ਉਹਨਾਂ ਪੀਰ ਔਲੀਏ ਫਕੀਰਾਂ ਕੋਲ ਪਦ ਅਰਬਿੰਦ ਨਿਵਾਏ ਤੇ। ਉਹ ਪਾਤਸ਼ਾਹ ਜੀ ਉਹਦੇ ਚਰਨੀ ਆਣ ਕੇ ਜੁੜੇ, ਮਹਾਰਾਜ ਜੀ ਉਹਦੇ ਚਰਨੀ ਸੀਸ ਨਵਾਇਆ। ਪੰਡਿਤ ਔਰ ਪਖੰਡੀ ਗਿਆਨੀ। ਇਹ ਉਸ ਵਕਤ ਜਿਹੜੇ ਪੰਡਿਤ ਲੋਕ ਸਨ ਜਾਂ ਜਿਹੜੇ ਕੋਈ ਪਖੰਡੀ ਲੋਕ ਸਨ, ਜਦੋਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨੇ ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਚਨ, ਜਦੋਂ ਪਾਤਸ਼ਾਹ ਜੀ ਨੇ ਕਿਸੇ ਮੁੱਲਾ ਨੂੰ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, 5 ਨਿਵਾਜਾਂ ਵਕਤ 5 ਪੰਜੇ ਪੰਜਾਂ ਨਾਉ ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਨਾਨਕ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾ। ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੈ। ਜਾਂ ਜਦੋਂ ਕੋਈ ਸਤਿਗੁਰੂ ਮਹਾਰਾਜ ਜੀਆਂ ਦੇ ਕੋਈ ਜੋਗੀ ਸਾਹਮਣੇ ਆਇਆ, ਕਾਜੀ ਸਾਹਮਣੇ ਆਇਆ, ਪਾਤਸ਼ਾਹ ਜੀਆਂ ਨੇ ਉਪਦੇਸ਼ ਦਿੱਤਾ। ਕਹਿਣ ਤੋਂ ਮੁਰਾਦ ਸਾਧ ਸੰਗਤ ਜੀਓ ਪਾਤਸ਼ਾਹ ਜੀਆਂ ਦੇ ਕੋਲ ਉਸ ਵਕਤ ਜਿਹੜਾ ਵੀ ਆਇਆ ਮਹਾਰਾਜ ਜੀਆਂ ਨੇ ਉਹਨੂੰ ਉਹਦਾ ਹੀ ਉਪਦੇਸ਼ ਮਹਾਰਾਜ ਜੀਆਂ ਨੇ ਉਹਨੂੰ ਹੱਕ ਸੱਚ ਦਾ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ। ਵਿਦਿਆ ਬੇਤੇ ਜੇ ਅਭਿਮਾਨੀ। ਹਾਂ, ਜਿਹੜੇ ਕੋਈ ਵੱਡੇ ਸਨ ਅਹੰਕਾਰੀ, ਕੋਈ ਸਨ ਕਈਆਂ ਨੂੰ ਵਿਦਿਆ ਦਾ ਅਹੰਕਾਰ ਹੋ ਗਿਆ, ਮਹਾਰਾਜ ਜੀਆਂ ਦੇ ਕੋਲ ਆਏ, ਪਾਤਸ਼ਾਹ ਜੀਆਂ ਨੇ ਉਹਨਾਂ ਦੇ ਵਿਦਿਆ ਦਾ ਅਹੰਕਾਰ ਵੀ ਤੋੜ ਕਰਕੇ ਉਹ ਵੀ ਪਾਤਸ਼ਾਹ ਜੀ ਦੇ ਚਰਨੀ ਜੁੜੇ। ਕਰਾਮਾਤ ਉਤੇ ਆਪ ਜਣਾਇਆ। ਔਰ ਜੇ ਕੋਈ ਕਰਾਮਾਤੀ ਲੋਕ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਪਰ ਢਹਿ ਪਏ। ਤਿੰਨ ਸਭ ਉਪਰ ਪ੍ਰਭ ਜਸ ਛਾਇਆ। ਉਹਨਾਂ ਸਾਰਿਆਂ ਦੇ ਉੱਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਦਾ ਜਸ ਪਾਤਸ਼ਾਹ ਜੀ ਦੀ ਮਹਿਮਾ ਛਾਈ। ਜੀਉ ਸਿੱਧ ਗੋਰਖ ਸੰਗਾਰੇ। ਔਰ ਜਿਹੜੇ ਕੋਈ ਉਸ ਵਕਤ ਸਿੱਧ ਲੋਕ ਜਾਂ ਗੋਰਖ ਨੂੰ ਮੰਨਣ ਵਾਲੇ ਲੋਕ ਸਨ, ਚਰਚਾ ਕਰਤ ਸਰਬ ਤੇ ਹਾਰੇ। ਔਰ ਪਾਤਸ਼ਾਹ ਜੀਆਂ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਵਿਚਾਰ ਚਰਚਾ ਵਿੱਚ ਹਾਰੇ ਹਨ। ਕਲਾ ਦਿਖਾਏ ਰਹੇ ਪਚਹਾਰੀ। ਬੜੀਆਂ ਉਹਨਾਂ ਨੇ ਆਪੋ ਆਪਣੀਆਂ ਕਲਾ ਦਿਖਾਈਆਂ। ਬੜਾ ਕਰਾਮਾਤੀ ਲੋਕ ਉਸ ਵਕਤ ਸਨ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਅਸੀਂ ਇਹ ਕਰਾਮਾਤਾਂ ਆਦ ਵਿਖਾਲ ਕਰਕੇ ਅਸੀਂ ਇਹਨਾਂ ਨੂੰ ਡਰਾ ਲਵਾਂਗੇ, ਭੁਲਾ ਲਵਾਂਗੇ, ਪਰ ਪਾਤਸ਼ਾਹ ਮਹਾਰਾਜ ਜੀ ਅਡੋਲ ਰਹੇ, ਉਹ ਵੀ ਹਾਰੇ ਹਨ। ਚਲੀ ਨਾ ਕੁਛ ਪੇ ਲੱਜਤ ਭਾਰੀ। ਬੜੇ ਲੱਜਤ ਹੋਏ, ਬੜੇ ਸ਼ਰਮਸ਼ਾਰ ਹੋਏ, ਉਹਨਾਂ ਦਾ ਕੁਛ ਵੀ ਵਸ ਨਾ ਸਤਿਗੁਰੂ ਮਹਾਰਾਜ ਜੀਆਂ ਤੇ ਚੱਲਿਆ। ਤਦ ਪਹੰਕਾਰ ਨਾ ਛੋੜਿਓ ਮਨ ਕੋ। ਕਹਿੰਦੇ ਵਿੱਚੋਂ ਅਜਿਹੇ ਵੀ ਸਨ ਕਈ ਤਾਂ ਮਹਾਰਾਜ ਜੀਆਂ ਦੇ ਭਾਵਨਾ ਦੇ ਨਾਲ ਕਈ ਪਾਤਸ਼ਾਹ ਜੀ ਦੇ ਚਰਨੀ ਜੁੜੇ ਹਨ, ਔਰ ਕਈ ਵਿੱਚੋਂ ਅਜਿਹੇ ਸਨ ਬਈ ਜਿਹੜੇ ਕਹਿੰਦੇ ਸਨ ਮੈਂ ਨਾ ਮਾਨੂੰ।
ਜਿਹੜੇ ਕਹਿੰਦੇ ਸਨ ਵੀ ਅਸੀਂ ਨਹੀਂ ਗੱਲ ਮੰਨਣੀ ਭਾਵੇਂ ਕੁਛ ਵੀ ਹੋ ਜਾਏ। ਤਦਪ ਅਹੰਕਾਰ ਨਾ ਛੋੜਿਓ ਮਨ ਕੋ, ਕਈਆਂ ਨੇ ਤਾਂ ਵੀ ਵਿੱਚੋਂ ਆਪਣੇ ਅੰਦਰ ਦਾ ਅਹੰਕਾਰ ਨਾ ਛੱਡਿਆ। ਜਗ ਮਨਤਾ ਬੜ ਗਰਭ ਸੋ ਜਿਨ ਕੋ, ਜਿਨ੍ਹਾਂ ਦੀ ਜਗਤ ਦੇ ਅੰਦਰ, ਜਿਨ੍ਹਾਂ ਨੂੰ ਸੀ ਵੀ ਸਾਡੀ ਜਗਤ ਦੇ ਅੰਦਰ ਬੜੀ ਮੰਨਤਾ ਹੈ, ਜਿਨ੍ਹਾਂ ਦਾ ਵੱਡਾ ਅਹੰਕਾਰ ਸੀ, ਤਿਨ ਪੁਨ ਮਾਨ ਭੰਜਨੇ ਹੀਤਾ, ਉਹਨਾਂ ਦਾ ਵੀ ਅਹੰਕਾਰ ਜਾਂ ਉਹਨਾਂ ਨੂੰ ਵੀ ਉਹ ਕਹਿ ਲਈਏ ਵੀ ਸਿੱਧੇ ਮਾਰਗ ਵੱਲ ਪਾਤਸ਼ਾਹ ਜੀ ਪਾਉਣ ਵਾਸਤੇ ਚੈਤ ਰਹਿਤ ਬੇਦੀ ਕੁਲ ਕੀਤਾ। ਬੇਦੀ ਕੁਲ ਦੇ ਦੀਪਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਇੱਛਾ ਇਹੋ ਹੈ ਵੀ ਇਹ ਵੀ ਸਿੱਧੇ ਮਾਰਗ ਵਾਲੇ ਪਾਸੇ ਤੁਰ ਪੈਣ। ਆ ਜਿਹੜੇ ਲੋਕ ਦੁਨੀਆ ਨੂੰ ਡਰਾ ਕਰਕੇ ਆਪਣਾ ਤੋਰੀ ਫੁਲਕਾ ਪਏ ਚਲਾਉਂਦੇ ਹਨ, ਸਤਿਗੁਰੂ ਮਹਾਰਾਜ ਜੀਆਂ ਦੀ ਤਾਂ ਇੱਛਾ ਇਹੋ ਰਹੀ ਵੀ ਆਪਾਂ ਇਹਨਾਂ ਨੂੰ ਵੀ ਸਿੱਧੇ ਪਾਸੇ ਆਪਾਂ ਤੋਰ ਲਈਏ। ਬੇਕ ਫਕੀਰੀ ਤਜਿਓ ਸਰੀਰਾ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਉਂਕਿ ਆਪਾਂ ਦਰਸ਼ਨ ਕਰਨੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਵੀ ਇਤਿਹਾਸ ਵਿੱਚੋਂ ਵੀ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਥਾਂ ਤੇ ਵੀ ਗਏ ਪਾਤਸ਼ਾਹ ਜੀਆਂ ਨੇ ਉਸੇ ਤਰ੍ਹਾਂ ਦਾ ਚੋਲਾ ਪਾਇਆ। ਜੇ ਪਾਤਸ਼ਾਹ ਜੀ ਗੜ ਬਗਦਾਦ ਨੂੰ ਮਹਾਰਾਜ ਜੀ ਉਸ ਪਾਸੇ ਜਾਂਦੇ ਨੇ ਹਾਜੀਆਂ ਵਾਲੇ ਕੱਪੜੇ ਪਾਤਸ਼ਾਹ ਜੀਆਂ ਨੇ ਪਾ ਲਏ। ਜੇ ਮਹਾਰਾਜ ਜੀ ਇੱਧਰ ਸਨਾਤਨ ਮਤ ਦੇ ਤੀਰਥਾਂ ਵੱਲ ਜਾਂਦੇ ਨੇ ਪਾਤਸ਼ਾਹ ਜੀਆਂ ਨੇ ਉਹਨਾਂ ਜੋਗੀਆਂ ਸਨਾਤਨਾਂ ਵਾਲੇ ਵਸਤਰ ਪਹਿਨ ਲਏ। ਹੁਣ ਮਹਾਰਾਜ ਜੀ ਕਰਤਾਰਪੁਰੇ ਆਏ, ਇੱਥੇ ਪਾਤਸ਼ਾਹ ਜੀਆਂ ਨੇ ਖੇਤੀ ਕੀਤੀ। ਸਤਿਗੁਰੂ ਮਹਾਰਾਜ ਜੀਆਂ ਨੇ ਬੇਖ ਫਕੀਰੀ ਤਜਿਓ ਸਰੀਰਾ, ਤਨ ਤੋਂ ਆ ਫਕੀਰਾਂ ਵਾਲੇ ਜਿਹੜੇ ਵਸਤਰ ਸਨ ਮਹਾਰਾਜ ਜੀਆਂ ਨੇ ਇਹ ਉਤਾਰ ਕਰਕੇ ਮਹਾਰਾਜ ਜੀਆਂ ਨੇ ਇੱਥੇ ਖੇਤੀ ਕੀਤੀ। ਸਤਿਗੁਰੂ ਮਹਾਰਾਜ ਜੀਆਂ ਨੇ ਘਰ ਗ੍ਰਸਤੀ ਫਿਰ ਉੱਥੇ ਬੈਠ ਕਰਕੇ ਮਹਾਰਾਜ ਜੀ ਖੇਤੀਬਾੜੀ ਮਾਲ ਪਸ਼ੂ ਆਦਿ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਕਿਰਤ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇੱਥੇ ਸਾਧ ਸੰਗਤ ਜੀਓ ਮਹਾਰਾਜ ਜੀ ਆਏ, ਉਹਨਾਂ ਨੇ ਜੋ ਫਕੀਰੀਆਂ ਵਾਲਾ ਭਾਵ ਫਕੀਰ ਲੋਕਾਂ ਵਾਲਾ ਚੋਲਾ ਸੀ ਇਹ ਭੇਖ ਸੀ ਮਹਾਰਾਜ ਜੀ ਨੇ ਉਤਾਰਿਆ ਹੈ। ਸੰਸਾਰੀ ਪੈਰੇ ਪੁਨ ਚੀਰਾ, ਸੰਸਾਰੀ ਮਹਾਰਾਜ ਜੀਓ ਨੇ ਜਿਹੜੇ ਚੀਰੇ ਭਾਵ ਵਸਤਰ ਆਦ ਸਨ ਮਹਾਰਾਜ ਜੀਓ ਨੇ ਪਹਿਨ ਲਏ। ਕ੍ਰਿਖੀ ਕਰਾਵਨ ਲਗੇ ਵਿਸ਼ਾਲਾ, ਵੱਡੀ ਖੇਤੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਾਣ ਲੱਗੇ ਹਨ। ਪਾਤਸ਼ਾਹ ਜੀ ਨੇ ਆਪ ਵੀ ਕੀਤੀ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਕਰਾਉਣ ਵੀ ਲੱਗੇ। ਆਪਾਂ ਇਤਿਹਾਸ ਵਿੱਚੋਂ ਪੜ੍ਹਨੇ ਹਾਂ ਜਦੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੇ ਕੋਲ ਜਦੋਂ ਦੂਸਰਾ ਗੇੜਾ ਗਏ, ਭਾਈ ਲਹਿਣਾ ਜੀਆਂ ਨੇ ਕਦੇ ਪਹਿਲਾਂ ਖੇਤੀਬਾੜੀ ਨਹੀਂ ਸੀ ਕੀਤੀ ਕਿਉਂਕਿ ਇਹਨਾਂ ਦਾ ਹੱਟ ਦਾ ਕੰਮ ਸੀ, ਹੱਟੀ ਤੇ ਬੈਠਣ ਦਾ, ਹਰੀਕੇ ਪਤਨ ਜਿਉਂ ਇਉਂ ਸ਼ਬਦ ਕਹਿ ਲਈਏ ਆੜਤ ਦਾ ਕੰਮ ਸੀ। ਭਾਈ ਲਹਿਣਾ ਜੀ ਦੇ ਪਿਤਾ ਜੀ ਦਾ ਵੱਡਾ ਕੰਮ ਸੀ, ਜਿੱਥੇ ਨਾਲ ਹੋਰ ਵੀ ਸੀ ਤੇ ਉਸ ਵਕਤ ਦੁਨੀਆ ਆਪਣਾ ਕੋਈ ਵੀ ਲੋੜਵੰਦ ਆਉਣਾ ਆਦ ਉਹਨਾਂ ਨੂੰ ਪੈਸੇ ਆਦ ਦੇਣੇ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਭਾਈ ਲਹਿਣਾ ਜੀ ਆਏ, ਜਦੋਂ ਘਰ ਆਏ ਮਾਤਾ ਜੀ ਨੂੰ ਪੁੱਛਿਆ, ਸਤਿਗੁਰੂ ਕਹਿੰਦੇ ਜੀ ਉਹ ਤਾਂ ਖੇਤਾਂ ਵਿੱਚ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਵਾਲੇ ਪਾਸੇ ਤੁਰ ਪਏ ਭਾਈ ਲਹਿਣਾ ਜੀ। ਜਦੋਂ ਗਏ ਉੱਥੇ ਮਹਾਰਾਜ ਜੀ ਝੋਨੇ ਵਿੱਚੋਂ ਨਦੀਨ ਪੁੱਟ ਰਹੇ ਸਨ। ਜਦੋਂ ਵੇਖਿਆ ਵੀ ਨਾਲ ਉਹ ਵੀ ਕੁਝ ਪੁੱਟ ਰਹੇ ਹਨ, ਭਾਈ ਲਹਿਣਾ ਜੀ ਵੀ ਉਸੇ ਵਕਤ ਉਹ ਵੀ ਖੇਤ ਵਿੱਚ ਵੜ ਕੇ ਸਾਧ ਸੰਗਤ ਜੀਓ ਨਦੀਨ ਪੁੱਟਣ ਦੀ ਥਾਂ ਤੇ ਪਤਾ ਨਹੀਂ ਸੀ ਨਾ ਫਰਕ ਨਹੀਂ ਸਮਝ ਸਕੇ ਝੋਨਾ ਪੁੱਟਣ ਲੱਗੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕਰਕੇ ਮੁਸਕਰਾਏ, ਪੁਰਖਾ ਤੇਰਾ ਕੰਮ ਪੁੱਟਣਾ ਨਹੀਂ ਤੇਰਾ ਕੰਮ ਲਾਉਣਾ ਹੈ। ਮਹਾਰਾਜ ਜੀ ਨੇ ਇੰਨੇ ਸ਼ਬਦ ਕਹਿ ਕੇ ਔਰ ਜਦੋਂ ਵਾਪਸੀ ਘਰ ਆਉਣ ਲੱਗੇ ਤੇ ਭਾਈ ਲਹਿਣਾ ਜੀਆਂ ਦੇ ਸਿਰ ਦੇ ਉੱਪਰ ਮਹਾਰਾਜ ਜੀਆਂ ਨੇ ਗਿੱਲੇ ਨਦੀਨ ਦੀ ਪੰਡ ਰਖਾ ਦਿੱਤੀ ਵੀ ਘਰ ਚੱਲੇ ਹੋ, ਮਾਲ ਪਸ਼ੂ ਵਾਸਤੇ ਤੁਸੀਂ ਜਾਂਦਿਆਂ ਜਾਂਦਿਆਂ ਇਹ ਪੰਡ ਘਾਹ ਪੱਠੇ ਦੀ ਤੁਸੀਂ ਜਾਂਦਿਆਂ ਘਰ ਲੈ ਜਾਓ। ਹੁਣ ਉਹ ਜਿੰਨਾ ਵੀ ਨੁਚੜਿਆ ਵਿੱਚੋਂ ਨਦੀਨ ਦੇ ਵਿੱਚੋਂ ਜਿੰਨੀ ਵੀ ਮਿੱਟੀ ਸੀ ਉਹ ਗਿੱਲੇ ਪੱਠੇ ਸਨ, ਸਾਰੇ ਕੱਪੜਿਆਂ ਦੇ ਉੱਪਰ ਦਾਗ ਲੱਗੇ। ਬੜੇ ਸੋਹਣੇ ਕੱਪੜੇ ਭਾਈ ਲਹਿਣਾ ਜੀਆਂ ਦੇ ਤਨ ਤੇ। ਜਦੋਂ ਘਰ ਆਏ ਮਾਤਾ ਜੀ ਲੱਗੇ ਕਹਿਣ, ਆਹ ਤੁਸਾਂ ਨੇ ਕੀ ਕੀਤਾ ਹੈ? ਤੁਸੀਂ ਇਹਨਾਂ ਦੇ ਇੰਨੇ ਸੋਹਣੇ ਕੱਪੜੇ ਸਨ, ਗਿੱਲਾ
ਤੁਸੀਂ ਇਹਦੇ ਘਾਹ ਇਹਨਾਂ ਦੇ ਸਿਰ ਦੇ ਉੱਪਰ, ਪੱਠਿਆਂ ਦੀ ਪੰਡ ਸਿਰ ਦੇ ਉੱਪਰ ਰੱਖ ਕੇ ਇਹਨਾਂ ਦੇ ਕੱਪੜੇ ਸਾਰੇ ਮੈਲੇ ਕਰ ਦਿੱਤੇ ਹਨ। ਉਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ, ਭਲੀਏ ਤੁਹਾਨੂੰ ਜਾਪਦਾ ਹੈ ਕਿ ਇਹ ਮਿੱਟੀ ਦੇ ਛਿੱਟੇ ਹਨ, ਪਰ ਇਹ ਤਾਂ ਕੇਸਰ ਦੇ ਛਿੱਟੇ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਇਹਨਾਂ ਨੇ ਸੇਵਾ ਦੇ ਵਿੱਚ ਆਣ ਕਰਕੇ ਜੁੜੇ ਹਨ, ਤੁਹਾਨੂੰ ਜਾਪਦਾ ਹੈ ਕਿ ਮਿੱਟੀ ਹੈ, ਪਰ ਇਹ ਤਾਂ ਇਹਨਾਂ ਦੇ ਸੀਸ ਤੇ ਜਿੱਥੇ ਨਿਰੰਜਨੀ ਛਤਰ ਝੁੱਲਿਆ ਉੱਥੇ ਇਹ ਤਾਂ ਕੇਸਰ ਦੇ ਛਿੱਟੇ ਪਏ ਹਨ। ਮਹਾਰਾਜ ਜੀ ਆਪ ਖੇਤੀ ਕਰਦੇ, ਸਤਿਗੁਰੂ ਪਾਤਸ਼ਾਹ ਜੀ ਖੇਤੀ ਕਰਵਾਉਂਦੇ। ਦੀਗ ਚਲਾਵੇ ਪਰਮ ਕਿਰਪਾਲਾ। ਔਰ ਲੰਗਰ ਪ੍ਰਸ਼ਾਦ ਇੱਥੇ ਪਾਤਸ਼ਾਹ ਜੀਆਂ ਨੇ ਆਰੰਭ ਕਰਵਾ ਦਿੱਤੇ। ਦਰਸ਼ਨ ਕਰਨ ਹਿਤ ਸਿੱਖ ਆਵੇ। ਔਰ ਦੂਰ ਦਰਾਡੇ ਤੋਂ ਹੁਣ ਜਿਵੇਂ ਜਿਵੇਂ ਮਹਾਰਾਜ ਜੀਆਂ ਦੇ ਬਾਬਤ ਸੁਣਿਆ, ਪਾਤਸ਼ਾਹ ਜੀਆਂ ਦੇ ਬਾਬਤ, ਦੂਰ ਦਰਾਡੇ ਤੋਂ ਸੰਗਤਾਂ ਆਉਣ ਲੱਗੀਆਂ। ਕਿਤ ਕਰੇ ਕਰ ਕਿਤਕ ਸਿਧਾਵੇ। ਔਰ ਕਈ ਮਹਾਰਾਜ ਜੀਆਂ ਦੇ ਕੋਲ ਸੇਵਾ ਵਿੱਚ ਜੁੜ ਜਾਂਦੇ ਹਨ, ਨਾਮ ਸਿਮਰਨ ਵਿੱਚ, ਔਰ ਕਈ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਸਵਾ ਜਾਮ ਨਿਸਰਈ ਸਦਾਈ। ਸਵਾ ਪੈਰ ਰਹਿੰਦਿਆਂ ਉੱਠ ਕਰਕੇ ਰੋਜ਼ਾਨਾ ਹੀ ਹੋਤ ਕੀਰਤਨ ਸਭ ਸੁਖਦਾਈ। ਔਰ ਸੁਖ ਦੇਣ ਵਾਲੀ ਕੀਰਤੀ, ਪ੍ਰਭੂ ਦੀ ਕੀਰਤੀ, ਪ੍ਰਭੂ ਦਾ ਕੀਰਤਨ ਆਰੰਭ ਹੋ ਜਾਂਦਾ। ਸਤਨਾਮ ਕੋ ਸਿਮਰਨ ਕਰਨਾ। ਔਰ ਉਸ ਤੋਂ ਉਪਰੰਤ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਮਹਾਰਾਜ ਜੀ ਆਪ ਜੁੜਦੇ। ਔਰ ਜਿਹੜੇ ਵੀ ਰਾਤ ਦੇ ਉੱਥੇ ਸਿੱਖ ਗਏ ਹੁੰਦੇ ਮਹਾਰਾਜ ਜੀਆਂ ਦੇ ਕੋਲ, ਪਾਤਸ਼ਾਹ ਉਹਨਾਂ ਨੂੰ ਵੀ ਉਠਾਲ ਕਰਕੇ ਪ੍ਰਭੂ ਦੀ ਕੀਰਤੀ ਵਿੱਚ ਮਹਾਰਾਜ ਜੀ ਆਪ ਵੀ ਜੁੜਦੇ ਤੇ ਹੋਰਨਾਂ ਨੂੰ ਵੀ ਜੋੜਦੇ। ਇਹ ਉਪਦੇਸ਼ ਸਰਬ ਪ੍ਰਤ ਬਰਨਾ। ਸਤਿਗੁਰੂ ਜੀਆਂ ਨੇ ਸਾਰਿਆਂ ਦੇ ਪ੍ਰਤੀ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਨੀਚ ਕੇ ਊਚ ਰਾਏ ਕੈ ਰੰਕਾ। ਭਾਵੇਂ ਕੋਈ ਸਾਧ ਸੰਗਤ ਜੀਓ ਨੀਵਾਂ ਸੀ, ਭਾਵੇਂ ਉੱਚਾ, ਕੀ ਕੋਈ ਅਮੀਰ, ਕੀ ਕੋਈ ਗਰੀਬ, ਮਹਾਰਾਜ ਜੀਆਂ ਨੇ ਭਾਈ ਸਾਰਿਆਂ ਨੂੰ ਇੱਕ ਬਰਾਬਰ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਹੈ। ਸਿਮਰਨ ਤੇ ਜਮ ਜਾਏ ਆਤੰਕਾ। ਔਰ ਕਹਿ ਦਿੱਤਾ ਵੀ ਸਿਮਰਨ ਦੇ ਨਾਲ ਜਮਾਂ ਦਾ ਜਿਹੜਾ ਡਰ ਹੈ ਇਹ ਨੱਠ ਜਾਂਦਾ ਹੈ, ਜਾਂ ਜਮ ਆਦ ਕੋਈ ਵੀ ਨੇੜੇ ਨਹੀਂ ਆਉਂਦਾ। ਸ਼ੁੱਧ ਅਸ਼ੁੱਧ ਜਪੈ ਜੇ ਕੋਈ ਪਵਿੱਤਰ ਸਰੀਰ ਵਾਲਾ, ਅਪਵਿੱਤਰ ਸਰੀਰ ਵਾਲਾ ਆਣ ਕਰਕੇ ਪ੍ਰਭੂ ਦੇ ਸਿਮਰਨ ਵਿੱਚ ਜੁੜੇ। ਮਨ ਵਿਕਾਰ ਤੇ ਨਿਰਮਲ ਹੋਈ। ਔਰ ਅੰਦਰੋਂ ਜੋ ਮਨੁਆ ਹੈ ਇਹ ਵਿਕਾਰਾਂ ਤੋਂ ਰਹਿਤ ਹੁੰਦਾ ਹੈ, ਭਾਵ ਅੰਦਰ ਸ਼ੁੱਧ ਹੁੰਦਾ ਹੈ। ਪ੍ਰਾਪਤ ਗਿਆਨ ਬੰਦ ਸਭ ਕੋਏ। ਔਰ ਮਾਲਕ ਜੀ ਦੀ ਕੀਰਤੀ ਦੇ ਨਾਲ ਗਿਆਨ ਦੀ ਪ੍ਰਾਪਤੀ ਹੋਈ ਤਥਾ ਵਿਕਾਰਾਂ ਪਾਸੋਂ, ਵਿਕਾਰਾਂ ਵਾਲੇ ਪਾਸੇ ਤੋਂ ਬੰਦ ਖਲਾਸੀ ਹੁੰਦੀ ਹੈ। ਇਹ ਸਾਹਮਣੇ ਸੁਖੈਨ ਕਲ ਕੋਏ। ਔਰ ਇਸ ਤੋਂ ਹੋਰ ਕਲਯੁਗ ਦੇ ਅੰਦਰ ਕੋਈ ਭਾਈ ਸੁਖੈਨ ਰਸਤਾ ਨਹੀਂ ਹੈ ਪ੍ਰਭੂ ਨੂੰ ਪਾਉਣ ਦਾ, ਹੋਰ ਕੋਈ ਵੀ ਸੁਖੈਨ ਰਸਤਾ ਨਹੀਂ ਹੈ। ਸੋਨੇ ਉਪਦੇਸ਼ ਸਿੱਖ ਵੱਡ ਭਾਗੀ। ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖਾਂ ਨੇ ਉਪਦੇਸ਼ ਸਰਵਣ ਕੀਤਾ। ਭਗਤ ਪ੍ਰੇਮ ਰੰਗੇ ਲਿਵ ਲਾਗੀ। ਔਰ ਕਈ ਆਣ ਕਰਕੇ ਜਿਹੜੇ ਭਾਵਨਾ ਵਾਲੇ ਸਨ, ਮਾਲਕ ਜੀਆਂ ਦੇ ਪ੍ਰੇਮ ਦੇ ਅੰਦਰ, ਭਗਤੀ ਪ੍ਰੇਮ ਦੇ ਅੰਦਰ ਗੁਰੂ ਕੇ ਸਿੱਖ ਰੰਗੇ ਗਏ। ਮੁਕਤਿ ਉਚਿਤ ਪੇ ਮਨੁਜੇ ਅਨੇਕਾ। ਔਰ ਕਈ ਫਿਰ ਮੁਕਤੀ ਪਦ ਦੇ ਭਾਵ ਜਿਹੜੇ ਮੁਕਤੀ ਪਦ ਤੱਕ ਪਹੁੰਚ ਗਏ, ਵਿੱਚੋਂ ਸਤਿਗੁਰੂ ਮਹਾਰਾਜ ਜੀਆਂ ਦੇ ਸਿਮਰਨ ਸੰਗ ਜੁੜ ਕਰਕੇ ਰਹੇ ਅਲੇਪ ਸੋ ਪਾਏ ਬਬੇਕਾ। ਅਲੇਪ ਰਹਿ ਕੇ ਵਿਵੇਕ ਬੁੱਧ ਨੂੰ ਹਾਸਲ ਜਿਨ੍ਹਾਂ ਨੇ ਕੀਤਾ। ਦੋਹਰਾ ਨਿਜਪੁਰ ਸੁਨ ਚਟ ਆਤ ਪਾ। ਨਾਮੇ ਅਜਿੱਤਾ ਜਾਸ। ਜਿਸ ਵਕਤ ਭਾਈ ਅਜਿੱਤੇ ਨੇ ਸੁਣਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਰਤਾਰਪੁਰ ਨਗਰ ਦੇ ਅੰਦਰ ਹਨ। ਜਗਤੇਸ਼ਵਰ ਪਦ ਕਮਲ ਕੋ ਭ੍ਰਮਰ ਕੀਨ ਮਨ ਜਾਸ। ਔਰ ਉਸੇ ਵਕਤ ਸੁਣ ਕਰਕੇ ਝਟਪਟ ਹੀ ਕਰਤਾਰਪੁਰੀ ਨਗਰ ਦੇ ਅੰਦਰ ਆਏ। ਜਿਸ ਪ੍ਰਕਾਰ ਭੌਰਾ ਫੁੱਲਾਂ ਦਾ ਆਨੰਦ ਮਾਣਨ ਵਾਸਤੇ ਝਟਪਟ ਆ ਗਿਆ, ਉਸੇ ਤਰ੍ਹਾਂ ਭਾਈ ਅਜਿੱਤਾ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਆਏ ਹਨ। ਚੌਪਈ ਕਿਤਕ ਦਿਵਸ ਤੈ ਰਹਿਤ ਗੁਜ਼ਾਰੇ। ਕਈ ਰੋਜ਼ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸ ਉੱਥੇ ਰਹਿ ਕਰਕੇ ਸਮਾਂ ਬਤੀਤ ਕੀਤਾ ਹੈ। ਬੰਦੇ ਅਨੇਕਨ ਕੇ ਨਿਰਵਾਰੇ। ਔਰ ਸਤਿਗੁਰੂ ਮਹਾਰਾਜ ਜੀਓ ਨੇ ਕਈਆਂ ਦੀ ਬੰਦ ਖਲਾਸੀ, ਵਿਕਾਰਾਂ ਤੋਂ ਜਮਾਂ ਤੋਂ ਮਹਾਰਾਜ ਜੀਓ ਨੇ ਕਈਆਂ ਦੀ ਬੰਦ ਖਲਾਸੀ ਕੀਤੀ। ਬੌਰ ਸਮਾਂ ਆਇਓ ਸ਼ਿਵਰਾਤੀ। ਔਰ ਪਾਤਸ਼ਾਹ ਜੀ ਅਜੇ ਕਰਤਾਰਪੁਰੇ ਹੀ ਸਨ। ਉਧਰੋਂ ਸ਼ਿਵਰਾਤਰੀ ਦਾ ਜਿਹੜਾ ਮੇਲਾ ਸੀ ਅਚਲ ਵਟਾਲੇ ਵੱਡਾ ਭਰਦਾ ਸੀ। ਸਤਿਗੁਰੂ ਮਹਾਰਾਜ ਜੀ ਉਹਨੇ ਸੁਣਿਆ ਵੀ ਸ਼ਿਵਰਾਤਰੀ ਦਾ ਮੇਲਾ ਆਇਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹਮੇਸ਼ਾ ਹੀ ਇਹੋ ਤਿਵਰ ਇੱਛਾ ਰਹੀ ਵੀ ਕੋਈ ਵੀ ਥਾਂ ਹੋਵੇ ਜਿੱਥੇ ਲੋਕ ਬਹੁਤੇ ਜੁੜੇ ਹੋਣ ਔਰ ਥੋੜੇ ਸਮੇਂ ਵਿੱਚ ਬਹੁਤਿਆਂ ਨੂੰ ਇੱਕੋ ਵਾਰੀ ਉਪਦੇਸ਼ ਦੇ ਦਿੱਤਾ ਜਾਵੇ। ਵੀ ਮਹਾਰਾਜ ਜੀ ਸੂਰਜ ਗ੍ਰਹਿਣ ਦੇ ਸਮੇਂ ਹਰਿਦੁਆਰ ਲੋਕ ਜੁੜੇ, ਪਾਤਸ਼ਾਹ ਉੱਥੇ ਚਲੇ ਗਏ। ਜੇ ਹੁਣ ਚੱਲ ਵਟਾਲੇ ਜਿਨ ਮੇਲਾ ਸ਼ਿਵਰਾਤ ਦਾ ਪਤਾ ਲੱਗਾ ਸ਼ਿਵਰਾਤਰੀ ਇੱਥੇ ਲੋਕ ਜੁੜਨਗੇ, ਸਤਿਗੁਰੂ ਮਹਾਰਾਜ ਜੀ ਹੁਣ ਉਸ ਪਾਸੇ ਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਿਵਰ ਇੱਛਾ ਇਹੋ ਰਹੀ ਕਿ ਜਿੱਥੇ ਵੀ ਲੋਕ ਆਣ ਕੇ ਜੁੜਨ ਥੋੜੇ ਸਮੇਂ ਦੇ ਅੰਦਰ ਬਹੁਤਿਆਂ ਨੂੰ ਉਪਦੇਸ਼ ਦੇ ਦਿੱਤਾ ਜਾਵੇ। ਮੇਲਾ ਅਚਲ ਹੋਤ ਪਲ ਪਾਂਤੀ। ਅਚਲ ਵਟਾਲੇ ਇੱਥੇ ਬੜਾ ਭਾਰੀ ਮੇਲਾ ਸੀ। ਸਰਬ ਸਿੱਧ ਤੈ ਆਸਨ ਲਾਏ। ਔਰ ਇਹਨਾਂ ਵਿੱਚੋਂ ਬਹੁਤਾਤ ਦੇ ਅੰਦਰ ਉਹ ਸਿੱਧ ਲੋਕ ਆਏ ਜਿਹੜੇ ਪਾਤਸ਼ਾਹ ਤੋਂ ਪਹਿਲਾਂ ਵੀ ਜਾਣੂ ਸਮਝਾ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ, ਜਿਨ੍ਹਾਂ ਦੀ ਵਿਚਾਰ ਚਰਚਾ ਪਹਿਲਾਂ ਵੀ ਹੋ ਚੁੱਕੀ ਸੀ। ਉਹ ਲੋਕ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜਿੱਥੇ ਉਹ ਅਚਲ ਵਟਾਲੇ ਆਏ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਉੱਥੇ ਮੇਲ ਪੀ ਹੋਇਆ। ਬੈਠੇ ਜਬ ਪੂਜੇ ਨਰ ਆਏ। ਉਹ ਆਣ ਕੇ ਸਿੱਧ ਲੋਕ ਉੱਥੇ ਅਚਲ ਵਟਾਲੇ ਆਣ ਕੇ ਬੈਠ ਗਏ ਤੇ ਉਹਨਾਂ ਦੀ ਵੀ ਮੰਨਤਾ ਉੱਥੇ ਹੋਣ ਲੱਗੀ। ਤੈਂ ਦਿਨ ਮੰਨਤਾ ਹੋਤ ਬਦੇਰੀ। ਹੌਲੀ ਹੌਲੀ ਉਹਨਾਂ ਦੀ ਉੱਥੇ ਪੂਜਾ, ਸਿੱਧਾਂ ਦੀ ਪੂਜਾ ਹੋਣ ਲੱਗੀ। ਪੇਟ ਚੜਾਵੇ ਆਨ ਕਨੇਰੀ। ਲੋਕ ਆਣ ਕੇ ਭੇਟਾਵਾਂ ਆਣ ਕੇ ਚੜਾਉਂਦੇ ਹਨ। ਸਿੱਧਨ ਮੇਲਾ ਲਖ ਜਗਨਾਥਾ। ਸਤਿਗੁਰੂ ਮਹਾਰਾਜ ਜੀਆਂ ਨੇ ਪਤਾ ਲੱਗਾ ਸਤਿਗੁਰੂ ਜੀਆਂ ਨੂੰ ਉੱਥੇ ਚੱਲ ਵਟਾਲੇ ਸਿੱਧ ਲੋਕ ਆਣ ਕੇ ਉੱਥੇ ਮੰਡਲੀ ਜੁੜੀ ਹੈ। ਗਮਨ ਕੀਨ ਕੁਛ ਸਿੱਖ ਲੈ ਸਾਥਾ। ਸਤਿਗੁਰੂ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੁਝ ਸਿੱਖਾਂ ਨੂੰ ਨਾਲ ਲਿਆ। ਕਰਤਾਰਪੁਰੇ ਤੋਂ ਅਚਲ ਵਟਾਲੇ ਮਹਾਰਾਜ ਆਏ ਹਨ। ਮੈਂ ਛਿਨਿਓ ਤੇ ਅਜਿੱਤਾ ਪਾਸੋ। ਭਾਈ ਅਜਿੱਤਾ ਵੀ ਉਸ ਵਕਤ ਕੋਲ ਸੀ ਜਦੋਂ ਮਹਾਰਾਜ ਕਰਤਾਰਪੁਰੇ ਤੋਂ ਤੁਰਨ ਲੱਗੇ। ਸੋ ਪੀ ਗਇਓ ਸੰਗ ਸੁਖ ਰਾਸੋ। ਉਹ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਚੱਲਣ ਲੱਗੇ। ਮਹਾਰਾਜ ਜੀ ਨੇ ਆਵਾਜ਼ਾ ਦਿੱਤਾ, ਚਲੋ ਭਾਈ ਜਿੱਤਾ ਤੁਸੀਂ ਵੀ ਚੱਲੋ ਨਾਲ। ਉਹ ਵੀ ਸਤ ਕਹਿ ਕੇ ਮਹਾਰਾਜ ਜੀਆਂ ਦੇ ਨਾਲ ਤੁਰੇ। ਉਹ ਵੀ ਸਤਿਗੁਰੂ ਮਹਾਰਾਜ ਜੀਆਂ ਦੀ ਸੰਗਤ ਮੰਨਦੇ ਆਏ ਹਨ। ਜਾਏ ਕੀ ਡੇਰਾ। ਜਾ ਕਰਕੇ ਸਤਿਗੁਰੂ ਮਹਾਰਾਜ ਜੀ ਉਹਨੇ ਇੱਕ ਪਾਸੇ ਡੇਰਾ ਕੀਤਾ। ਪੀ ਰਜਨੀ ਅਤ ਅਧਿਕ ਅੰਧੇਰਾ। ਔਰ ਬੜੀ ਹੀ ਰਾਤ ਔਰ ਬੜੀ ਹੀ ਘੁੱਪ ਹਨੇਰੀ ਰਾਤ ਸੀ। ਤੈ ਛਿਨ ਬੜੀ ਅੰਧੇਰੀ ਆਈ। ਉਸੇ ਵਕਤ ਹੀ ਬੜੀ ਭਯੰਕਰ ਬੜੀ ਭਾਰੀ ਹਨੇਰੀ ਚੱਲਣ ਲੱਗੀ। ਜੈ ਬੋ ਕੰਕਰ ਧੂੜੇ ਉਡਾਈ। ਔਰ ਉਸ ਹਵਾ ਚੱਲਦੀ ਦੇ ਅੰਦਰ ਇੰਨੀ ਕੁ ਤੇਜ਼ ਹਨੇਰੀ ਝੱਖੜ ਝੁੱਲਣ ਲੱਗਾ ਕਿ ਧਰਤੀ ਤੋਂ ਉੱਡ ਉੱਡ ਕੇ ਕੰਕਰ ਵੀ ਉੱਡਣ ਲੱਗੇ। ਕਰਕਾ ਕੀ ਬੋ ਬਰਖਾ ਬਰਖੇ। ਔਰ ਫਿਰ ਗੜੇ ਵੀ ਵਰਖਣ ਲੱਗੇ। ਕਰ ਕੀ ਤੜਤ ਨਰਨ ਤ੍ਰਿਤ ਤਰਖੀ। ਔਰ ਇਸ ਕੜਕਦੇ ਹੋਏ ਇਹਨਾਂ ਗੜਿਆਂ ਦੇ ਅੰਦਰ ਜਿੱਥੇ ਗੜੇ ਪਏ ਤੇ ਨਾਲ ਹੀ ਇੱਕੋ ਦਮ ਬੜੀ ਹੀ ਤੇਜ਼ ਬਿਜਲੀ ਲਿਸ਼ਕਣ ਲੱਗੀ, ਜਿਹਦੇ ਨਾਲ ਲੋਕਾਂ ਦੇ ਅੰਦਰ ਡੋਲ ਗਏ। ਪੱਤਰੀ ਪਰ ਪੱਤਰੀ ਜੇ ਵਾਸਾ। ਔਰ ਕਈ ਬ੍ਰਿਛਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਪੰਛੀਆਂ ਦੇ ਆਲਣੇ ਨਿੱਕੇ ਨਿੱਕੇ ਆਲਣੇ ਪਏ ਹੋਏ ਸਨ, ਉਹਨਾਂ ਰੁੱਖਾਂ ਦੇ ਉੱਪਰ ਪਇਓ ਸਮੇਂ ਤੇ ਸਭ ਕੋ ਨਾਸ਼ਾ। ਔਰ ਥੋੜੇ ਸਮੇਂ ਦੇ ਅੰਦਰ ਚੱਲੀ ਹੋਈ ਤੇਜ਼ ਝੱਖੜ ਦੇ ਨਾਲ ਉਹਨਾਂ ਪੰਛੀਆਂ ਦੇ ਬੋਟ ਵੀ ਹੇਠਾਂ ਆਣ ਕੇ ਡਿੱਗ ਪਏ।
ਬੜਾ ਹੀ ਉੱਥੇ ਭয়ੰਕਰ ਜਿੱਥੇ ਨਾਸ਼ ਹੋਇਆ, ਪੰਛੀ ਵੀ ਬੜੇ ਮਾਰੇ ਗਏ। ਬੋਰੋ ਭੋਰ ਜਬੇ ਹੋਏ ਆਈ ਸਾਧ ਸੰਗਤ ਜੀਓ ਜਦੋਂ ਭੌਰ ਭਾਵ ਅੰਮ੍ਰਿਤ ਵੇਲਾ ਦਿਨ ਚੜਿਆ, ਮੇਲਾ ਬੋਤ ਭਇਓ ਇਕਠਾਈ ਔਰ ਬੜਾ ਵੱਡਾ ਮੇਲਾ ਭਾਰੀ ਮੇਲ ਉੱਥੇ ਸੰਗਤ ਸਾਧ ਸੰਗਤ ਜੀਓ ਹੋਇਆ ਹੈ। ਉੱਚੇ ਇੱਕ ਬਿਲੋਕ ਸ਼ੁਭਤਾਨਾ ਦੀਨ ਦਇਆਲ ਪਾਤਸ਼ਾਹ ਮਹਾਰਾਜ ਉਹਨਾਂ ਦੇ ਜੋ ਸਿੱਧਾਂ ਦੇ ਕੌਤਕ ਕਹਿ ਲਈਏ, ਲੱਛਣ ਕਹਿ ਲਈਏ, ਪਾਤਸ਼ਾਹ ਜੀ ਤਾਂ ਜਾਣੀ ਜਾਣ ਹਨ ਵੀ ਇਹ ਕਰ ਕੀ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਉੱਚੇ ਥਾਂ ਤੇ ਪਾਤਸ਼ਾਹ ਜੀ ਬੈਠ ਗਏ। ਤਹਾਂ ਬੈਠ ਗਏ ਕਿਰਪਾ ਨਿਦਾਨਾ ਕਿਰਪਾ ਨਿਦਾਨ ਪਾਤਸ਼ਾਹ ਨੇ ਉੱਥੇ ਜਾ ਆਸਨ ਲਾਇਆ। ਗੁਰ ਆਗਮਨ ਸੁਨੇ ਨਰ ਜੋਈ ਹੁਣ ਸਤਿਗੁਰੂ ਮਹਾਰਾਜ ਜੀਓ ਦੀ ਸਾਧ ਸੰਗਤ ਜੀ ਉਸ ਵਕਤ ਤੱਕ ਕੀਰਤੀ ਧੂਣ ਸੁਵਾਈ ਸੀ। ਦੂਰ ਦਰਾਡੇ ਵੱਖ-ਵੱਖ ਥਾਵਾਂ ਤੇ ਮਹਾਰਾਜ ਜੀਆਂ ਦੀ ਕੀਰਤੀ ਪਸਰੀ ਹੋਈ ਸੀ। ਅੱਜ ਜਦੋਂ ਇੱਥੇ ਪਤਾ ਲੱਗਾ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹੋਏ ਹਨ, ਦੂਰ ਦੂਰ ਦਰਸੇ ਸਭ ਕੋਈ ਨੱਠ ਕੇ ਭੱਜ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਣ ਲੱਗੀਆਂ। ਉਸ ਮੇਲੇ ਅੰਦਰ ਜਿਹੜੇ ਪਹਿਲਾਂ ਲੋਕ ਸਿੱਧਾਂ ਕੋਲ ਜਾ ਰਹੇ ਸਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਕੋਲ ਆਉਣ ਲੱਗੇ। ਜਿਤੀ ਭੇਟ ਸਿੱਧਨ ਕੀ ਆਨੀ ਔਰ ਜਿਨ੍ਹਾਂ ਨੇ ਭੇਟਾਵਾਂ ਬਈ ਸਿੱਧਾਂ ਲੋਕਾਂ ਵਾਸਤੇ ਲੈ ਕੇ ਆਂਦੀਆਂ ਸਨ, ਕਿਉਂਕਿ ਉਹ ਜਿਹੜਾ ਮੇਲਾ ਸੀ ਉਹ ਹੈ ਹੀ ਸਿੱਧਾਂ ਦਾ ਸੀ। ਚੱਲ ਵਟਾਲੇ ਉੱਥੇ ਅੱਜ ਵੀ ਉਹ ਥਾਂ ਤੇ ਲੋਕ ਜੁੜਦੇ ਹਨ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਉੱਥੇ ਪਹੁੰਚੇ, ਇੱਕ ਪਾਸੇ ਪਾਵਨ ਪਵਿੱਤਰ ਸੁੰਦਰ ਸਥਾਨ ਤੇ ਆਪਾਂ ਦਰਸ਼ਨ ਦੀਦਾਰ ਕਰਨੇ ਹਾਂ। ਅਤਿਅੰਤ ਰਮਣੀਕ ਸੁੰਦਰ ਸਥਾਨ ਪਾਤਸ਼ਾਹ ਜੀਆਂ ਦੀ ਆਮਦ ਤੇ ਉੱਥੇ ਬਣੇ ਹੋਏ ਹਨ। ਤੇ ਜਦੋਂ ਸੰਗਤ ਨੇ ਉੱਥੇ ਸਰਵਣ ਕੀਤਾ, ਵਿੱਚੋਂ ਜਿਹੜੇ ਭੇਟਾਵਾਂ ਸਿੱਧਾਂ ਵਾਸਤੇ ਲੈ ਕੇ ਆਏ ਸਨ, ਹੁਣ ਉਹ ਭੇਟਾਵਾਂ ਪਾਤਸ਼ਾਹ ਜੀਆਂ ਦੇ ਚਰਨੀ ਸੰਗਤਾਂ ਨੇ ਰੱਖ ਦਿੱਤੀਆਂ। ਜਿਹੜੀਆਂ ਕੋਈ ਭੇਟਾਵਾ ਪੈਸਾ ਟਕਾ ਆਦ ਕੁਛ ਵੀ ਜੋ ਵੀ ਲੈ ਕਰਕੇ ਸਿੱਧਾਂ ਵਾਸਤੇ ਆਏ, ਉਹ ਹੁਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਜੁੜੇ। ਸਰਬ ਸਮਰਪੇ ਸ਼੍ਰੀ ਗੁਣ ਖਾਨੀ ਔਰ ਸ਼੍ਰੀ ਗੁਣਾਂ ਦੀ ਖਾਨ ਪਾਤਸ਼ਾਹ ਜੀਆਂ ਨੂੰ ਆਣ ਕੇ ਸਭ ਵਸਤੂਆਂ ਭੇਟ ਕੀਤੀਆਂ। ਅਤਿਸ਼ੈ ਪੀਰ ਪਈ ਪ੍ਰਭ ਪਾਸੋ ਵੱਡੀ ਭੀੜ ਜਿੱਥੇ ਸਤਿਗੁਰੂ ਮਹਾਰਾਜ ਜੀ ਸਨ, ਮਹਾਰਾਜ ਜੀਆਂ ਦੇ ਕੋਲ ਵੱਡੀ ਭੀੜ ਉੱਥੇ ਆਣ ਕੇ ਜੁੜੀ। ਫਲ ਕੋ ਬੰਚ ਕਰੇ ਅਰਦਾਸੋ ਅੰਦਰ ਦੀਆਂ ਕਾਮਨਾਵਾਂ ਦੀ ਪੂਰਤੀ ਵਾਸਤੇ ਮਹਾਰਾਜ ਜੀਆਂ ਦੇ ਚਰਨ ਕਮਲਾਂ ਨੂੰ ਪਰਸਦੇ ਹਨ ਔਰ ਮਹਾਰਾਜ ਜੀਆਂ ਦੇ ਪਾਸੋਂ ਸਾਹਿਬ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ। ਖਰੋ ਹੋਨ ਕੋ ਥਾਏ ਨ ਪਾਵੇ ਔਰ ਗੁਰਮੁਖੋ ਇੰਨੀ ਕੁ ਭੀੜ ਹੋਈ ਉੱਥੇ ਪਾਤਸ਼ਾਹ ਜੀਆਂ ਦੇ ਕੋਲ, ਸੰਗਤਾਂ ਦਾ ਇਕੱਠ ਇੰਨਾ ਕੁ ਹੋਇਆ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਜਿੱਥੇ ਮਹਾਰਾਜ ਜੀ ਬੈਠੇ ਹੋਏ ਸਨ। ਜਿਸ ਪਾਸੇ ਮਹਾਰਾਜ ਜੀ ਸਨ ਉੱਥੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ। ਬਦਨ ਬਿਲੋ ਕੇ ਉਰਹ ਰਖਾਵੇ ਔਰ ਪਾਤਸ਼ਾਹ ਜੀਆਂ ਦੇ ਦੀਦਾਰ ਪਾ ਕੇ ਸੰਗਤਾਂ ਅਤਿਅੰਤ ਪ੍ਰਸੰਨ ਖੁਸ਼ ਹੁੰਦੀਆਂ ਹਨ। ਨਰ ਨਾਰੀ ਬੋ ਭੇਟ ਚੜਾਏ ਭੇਟਾਵਾਂ ਲੈ ਕਰਕੇ ਜੁੜੇ। ਬੰਦੈ ਦੂਰੇ ਤੇ ਸਿਰ ਨਿਆਏ ਦੂਰੋਂ ਨਮਸਕਾਰ ਕਰਕੇ, ਕਈ ਜਦੋਂ ਨੇੜੇ ਨਾ ਜਾਇਆ ਗਿਆ ਕਈ ਦੂਰੋਂ ਹੀ ਨਮਸਕਾਰ ਕਰਦੇ ਹਨ। ਜਿਹੜੇ ਕੋਈ ਨੇੜੇ ਹਨ ਪਾਤਸ਼ਾਹ ਜੀਆਂ ਦੇ ਚਰਨ ਕਮਲਾਂ ਨੂੰ ਪਰਸਦੇ ਹਨ। ਦਰਸ਼ਨ ਕਰਤ ਨ ਤ੍ਰਿਪਤੇ ਕੈਸੇ ਔਰ ਪਾਤਸ਼ਾਹ ਜੀਆਂ ਦੇ ਦੀਦਾਰ ਪਾ ਕੇ ਤ੍ਰਿਪਤ ਨਹੀਂ ਹੁੰਦੇ, ਉੱਥੇ ਹੀ ਖਲੋਤੇ ਹਨ। ਪਾਤਸ਼ਾਹ ਜੀਆਂ ਦੇ ਦੀਦਾਰ ਪਾ ਕਰਕੇ ਅੰਦਰ ਤ੍ਰਿਪਤ ਨਹੀਂ ਹੁੰਦਾ। ਬ੍ਰਿੰਦ ਚਕੋਰ ਚੰਦਰਮਾ ਜੈਸੇ ਇਸ ਪ੍ਰਕਾਰ ਚਕੋਰ ਦੀ ਚੰਦਰਮਾ ਦੇ ਸੰਗ ਪ੍ਰੀਤ ਹੈ। ਇੱਕ ਟਿਕਟਕੀ ਲਗਾ ਕਰਕੇ ਚੰਦਰਮਾ ਵੱਲ ਵੇਖਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀਓ ਉੱਥੇ ਜੁੜੀ ਹੋਈ ਸੰਗਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦੀਦਾਰ ਪਾ ਰਹੇ ਹਨ। ਪਾਇਨ ਪਾਸ ਉਪਾਇਨ ਪੂਰੇ ਔਰ ਮਹਾਰਾਜ ਜੀਆਂ ਵਾਸਤੇ ਅਤਿਅੰਤ ਸੁੰਦਰ ਭੇਟਾਵਾਂ ਲੈ ਕਰਕੇ ਆਏ। ਪਈ ਅਨੇਕ ਬਿਦਨ ਕੀ ਰੂਰੀ ਬੜੀ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਭੇਟਾਵਾਂ ਲੈ ਕਰਕੇ ਜੁੜੀਆਂ ਹਨ। ਕੋਈ ਨਾ ਗਮਨਿਓ ਸਿੱਧਨ ਪਾਸੋ ਕੋਈ ਵੀ ਹੁਣ ਜਿੰਨੀ ਸੀ ਭੀੜ ਜਾਂ ਜਿੰਨੇ ਵੀ ਸੰਗਤ ਉੱਥੇ ਜੁੜੀ,
ਕੋਈ ਵੀ ਸਿੱਧਾਂ ਵਾਲੇ ਪਾਸੇ ਨਾ ਗਿਆ, ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕੋਈ ਵੀ ਸਿੱਧਾਂ ਵਾਲੇ ਪਾਸੇ ਉਸ ਪਾਸੇ ਨਾ ਗਿਆ। ਬੈਠੇ ਦੇਖਤ ਮਿਟਿਓ ਹੁਲਾਸੋ, ਪਾਤਸ਼ਾਹ ਜੀਆਂ ਦੇ ਦੀਦਾਰ ਪਾ ਕੇ ਅਤਿਅੰਤ ਪ੍ਰਸੰਨ ਹੋਏ। ਮਨ ਤਾਤੇ ਨਿਰਾਸ ਮਨ ਮਾਈ। ਹੁਣ ਦੂਸਰੇ ਪਾਸੇ ਜਿਹੜੇ ਸਿੱਧ ਲੋਕ ਬੈਠੇ ਹਨ, ਪਹਿਲਾਂ ਕਈ ਦਿਨ ਜਦੋਂ ਮਹਾਰਾਜ ਜੀ ਨਹੀਂ ਗਏ ਉਦੋਂ ਲੋਕ ਉਹਨਾਂ ਪਾਸ, ਅੱਜ ਜਦੋਂ ਸਤਿਗੁਰੂ ਮਹਾਰਾਜ ਜੀ ਉੱਥੇ ਬੈਠੇ ਹਨ ਤੇ ਅੱਜ ਸਿੱਧਾਂ ਕੋਲ ਕੋਈ ਨਾ ਗਿਆ, ਮਨ ਦੇ ਅੰਦਰ ਬੜੇ ਨਿਰਾਸ਼ ਹੋਏ, ਆਪਣੇ ਮਨ ਦੇ ਅੰਦਰ ਬੜੇ ਹੀ ਝੁਰਨ ਲੱਗੇ। ਏਕੇ ਉਪਾਇਨ ਪਹੁੰਚੀ ਨਾਈ। ਇੱਕ ਵੀ ਕੋਈ ਵੀ ਉੱਥੇ ਨਾ ਗਿਆ, ਇੱਕ ਵੀ ਭੇਟਾ ਉੱਥੇ ਨਾ ਪਹੁੰਚੀ। ਮਨ ਖੁਨਸਾਏ ਸੋਗ ਬੋਤਾਰਾ। ਬੜੇ ਮਨ ਦੇ ਅੰਦਰ ਈਰਖਾ ਵਸ ਹੋਏ, ਮਨ ਖੁਨਸਾਏ, ਬੜੇ ਈਰਖਾ ਵਸ ਹੋਏ। ਬੜਾ ਹੀ ਉਹਨਾਂ ਨੇ ਜਿਵੇਂ ਧੌਣ ਕੋਈ ਸੁੱਟ ਕੇ ਬੈਠ ਜਾਏ, ਬੜਾ ਉਹਨਾਂ ਨੇ ਸੋਗ ਕੀਤਾ ਬਈ ਸਾਲਾਂ ਬੱਧੀ ਸਮਾਂ ਅੱਜ ਆਇਆ ਹੈ, ਔਰ ਅੱਜ ਦੇ ਸਮੇਂ ਜਿੱਥੇ ਲੋਕਾਂ ਨੇ ਸਾਡੇ ਕੋਲ ਭੇਟਾਵਾਂ ਲੈ ਕੇ ਆਉਣਾ ਸੀ, ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਣ ਕੇ ਇੱਥੇ ਬੈਠ ਗਏ ਹਨ। ਬੜਾ ਹੀ ਉਹਨਾਂ ਮਨ ਦੇ ਅੰਦਰ ਇਹਦਾ ਰੋਸ ਕੀਤਾ, ਸੋਗ ਕੀਤਾ। ਹੋਏ ਏਕਠਾ ਮਤੋ ਵਿਚਾਰਾ। ਜਿੰਨੇ ਵੀ ਵੱਖ-ਵੱਖ ਸਨ ਸਾਰੇ ਸਿੱਧ ਆਪਸ ਵਿੱਚ ਇਕੱਠੇ ਹੋ ਗਏ। ਪਹਿਲਾਂ ਜਿਹੜੇ ਵੱਖਰੇ ਵੱਖਰੇ ਸਨ ਨਾ, ਸਾਰੇ ਇੱਕ ਥਾਂ ਇਕੱਠੇ ਹੋਏ ਹਨ। ਅਬ ਤੋ ਪੂਜਾ ਹਟੀ ਹਮਾਰੀ। ਲੱਗੇ ਕਹਿਣ, ਕਹਿੰਦੇ ਜੇ ਵੀ ਵੇਖ ਲਓ ਆਪਣੀ ਜਿਹੜੀ ਪੂਜਾ ਹੋ ਰਹੀ ਸੀ ਉਹ ਹਟ ਗਈ ਹੈ, ਕੋਈ ਵੀ ਆਪਣੇ ਕੋਲ ਨਹੀਂ ਆ ਰਿਹਾ। ਜੇ ਨਾ ਕਰੋ ਇਸ ਕੋ ਉਪਚਾਰੀ। ਤੇ ਜੇ ਅਜੇ ਵੀ ਕੋਈ ਉਪਚਾਰ ਸਤਿਗੁਰੂ ਮਹਾਰਾਜ ਜੀਆਂ ਬਾਬਤ ਕਹਿ ਰਹੇ ਹਨ ਵੀ ਜੇ ਅਜੇ ਵੀ ਨਾ ਇਹਨਾਂ ਦਾ ਤੁਸੀਂ ਕੋਈ ਉਪਚਾਰ ਕੀਤਾ, ਜੇ ਹੱਲ ਨਾ ਕੀਤਾ, ਇਉਂ ਕਹਿ ਲਈਏ ਜੇ ਇਹਨਾਂ ਨੂੰ ਤੁਸੀਂ ਆਪਣੇ ਰਸਤੇ ਤੋਂ ਨਾ ਹਟਾਇਆ ਤਾਂ ਵੇਖ ਲਓ ਫਿਰ ਭੁੱਖੇ ਮਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਜੇ ਹੋਣਾ। ਜੇ ਅਜੇ ਵੀ ਇਹਨਾਂ ਦਾ ਕੋਈ ਹੱਲ ਜਾਂ ਉਪਚਾਰ ਨਾ ਕੀਤਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੀ ਇਹ ਸ਼ਬਦ ਕਹਿ ਰਹੇ ਹਨ। ਪਰ ਮਹਾਰਾਜ ਜੀ ਤਾਂ ਇਸ ਕਾਰਜ ਵਾਸਤੇ ਉੱਥੇ ਗਏ ਨਹੀਂ ਹਨ। ਮਹਾਰਾਜ ਜੀ ਤਾਂ ਭੁੱਲੀ ਹੋਈ ਲੋਕਾਈ ਨੂੰ ਰਸਤੇ ਪਾਉਣ ਵਾਸਤੇ ਗਏ ਹਨ। ਸਿੱਧਾਂ ਨੂੰ ਵੀ ਸਿੱਧੇ ਰਸਤੇ ਪਾਉਣ ਵਾਸਤੇ ਮਹਾਰਾਜ ਜੀ ਉੱਥੇ ਪਹੁੰਚੇ ਹੋਏ ਹਨ। ਇਹ ਤਾਂ ਚਲੋ ਇਹ ਆਪਣੇ ਦਿਲ ਵਿੱਚ ਅਜਿਹਾ ਸਤਿਗੁਰੂ ਮਹਾਰਾਜ ਜੀਆਂ ਦੇ ਪ੍ਰਤੀ ਸੋਚ ਰਹੇ ਹਨ, ਪਰ ਮਹਾਰਾਜ ਜੀਆਂ ਦੇ ਹਿਰਦੇ ਅੰਦਰ ਇਹਨਾਂ ਪ੍ਰਤੀ ਅਜਿਹਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਤਾਂ ਇਹਨਾਂ ਨੂੰ ਵਿੰਗੇ ਟੇਢੇ ਰਸਤਿਆਂ ਤੋਂ, ਕੋਈ ਜੋ ਕਰਾਮਾਤਾਂ ਦੇ ਅੰਦਰ ਲੋਕਾਈ ਨੂੰ ਭਟਕਾ ਰਿਹਾ ਸੀ, ਮਹਾਰਾਜ ਜੀ ਸਿੱਧੇ ਰਸਤੇ ਪਾਉਣ ਵਾਸਤੇ ਹੀ ਤਾਂ ਗਏ ਹਨ। ਹੁਣ ਇਹ ਆਪਸ ਵਿੱਚ ਬੈਠ ਕੇ ਮਤਾ ਲੱਗੇ ਪਕਾਉਣ, ਕਹਿੰਦੇ ਜੇ ਆਪਾਂ ਇਹਨਾਂ ਦਾ ਉਪਚਾਰ ਨਾ ਕੀਤਾ, ਲੋਕ ਨਾ ਮਾਨੇਂਗੇ ਕਿਸ ਤੋਰਾ। ਆਪਾਂ ਨੂੰ ਕਿਸੇ ਤਰੀਕੇ ਨਾਲ ਵੀ ਲੋਕਾਂ ਨੇ ਨਹੀਂ ਪੂਜਣਾ। ਜੇ ਨਾ ਕਰੇ ਮਿਲ ਕੇ ਇਸ ਹੋਰਾ। ਜੇ ਆਪਾਂ ਕਿਸੇ ਪ੍ਰਕਾਰ ਨਾਲ ਆਪਸ ਵਿੱਚ ਆਪਾਂ ਮਿਲ ਕਰਕੇ ਜੇ ਆਪਾਂ ਇਹਨਾਂ ਨੂੰ ਹੌਲਿਆ ਨਾ ਕੀਤਾ, ਹੌਲਿਆ ਨਾ ਕੀਤਾ ਭਾਵ ਵੀ ਜਿਹੜੀ ਇਹਨਾਂ ਦੀ ਅਜ਼ਮਤ ਹੈ ਜੇ ਨਾ ਘਟਾਈ। ਅਬ ਮੇਲਾ ਹੈ ਪੂਰਨ ਭਾਰੇ। ਆ ਦੇਖੋ ਹੁਣ ਜਿਹੜਾ ਮੇਲਾ ਹੈ ਪੂਰੇ ਜੋਬਨ ਤੇ ਹੈ। ਜਿੰਨਾ ਜਿੰਨਾ ਆਉਣਾ ਸੀ ਅੱਜ ਲੋਕ ਬਹੁਤਾਤ ਵਿੱਚ ਆ ਰਹੇ ਹਨ। ਇਸੇ ਲਜਾਵੋ ਕਿਸੂ ਪ੍ਰਤਾਰੀ। ਹੁਣ ਕੁਛ ਵੀ ਕਰ ਲਓ, ਕਰਾਮਾਤ ਵਿਖਾਓ, ਕੋਈ ਢੰਗ ਤਰੀਕਾ ਵਿਚਾਰ ਚਰਚਾ ਕਰੋ, ਕਰਾਮਾਤ ਕਰੋ, ਕੁਛ ਵੀ ਕਰੋ, ਆਪਾਂ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਲੱਜਤ ਕਰ ਦਈਏ ਮੇਲੇ ਵਿੱਚ, ਆਪਾਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਹਰਾ ਦਈਏ ਵਿਚਾਰ ਚਰਚਾ ਵਿੱਚ, ਆਪਾਂ ਜਿੱਤ ਜਾਈਏ, ਇਹ ਹਾਰ ਜਾਣ ਤੇ ਮੇਲਾ ਆਪਾਂ ਲੁੱਟ ਕੇ ਲੈ ਜਾਈਏ ਸਾਰਾ। ਇਸ ਪ੍ਰਕਾਰ ਨਾਲ ਇਹ ਜਿੰਨੇ ਵੀ ਸਿੱਧ ਸਨ ਗੁਰਮੁਖੋ ਆਪਸ ਵਿੱਚ ਬੈਠ ਕੇ ਮਤਾ ਪਕਾਉਣ ਲੱਗੇ। ਸ਼ਕਤ ਦਿਖਾਵੋ ਚਰਚਾ ਕਰੀਏ। ਸ਼ਕਤੀ ਵਿਖਾਲ ਲਵੋ, ਚਰਚਾ ਕਰ ਲਵੋ, ਕੁਛ ਵੀ ਕਰੋ। ਨਰਨ ਹਜ਼ੂਰ ਗਰਭ ਪਰ ਹਰੀਏ। ਔਰ ਜਿਨ੍ਹਾਂ ਪਾਤਸ਼ਾਹ ਜੀਆਂ ਦੇ ਕੋਲ ਇਹ ਜੁੜੇ ਹੋਏ ਹਨ ਸਾਰੇ ਆਪਣੇ ਆਪ ਹੀ ਹਟ ਜਾਣਗੇ, ਇਹਨਾਂ ਦਾ ਹੰਕਾਰ ਦੂਰ ਹੋਵੇਗਾ। ਇਸ ਪ੍ਰਕਾਰ ਜਬ ਹੀ ਤੁਮ ਕਰੋ। ਕਹਿੰਦੇ ਜਦੋਂ ਤੱਕ ਤੁਸੀਂ ਅਜਿਹਾ ਕੰਮ ਨਾ ਕਰੋਗੇ, ਜਾਂ ਇਉਂ ਕਹਿ ਲਈਏ ਵੀ ਜਦੋਂ ਤੁਸੀਂ ਇਹ ਕੰਮ ਕਰੋਗੇ, ਤੋ ਮਨ ਤਾ ਇੱਛਾ ਉਰ ਧਰੋ। ਫਿਰ ਤੁਹਾਡੀ ਪੂਰਨ ਤੌਰ ਤੇ ਇੱਛਾ, ਜਾਂ ਜੋ ਤੁਹਾਡੀ ਇੱਛਾ ਹੈ ਫਿਰ ਹੀ ਪੂਰਨ ਹੋ ਸਕੇਗੀ।
ਜੇ ਆਪਾਂ ਇਹ ਕੰਮ ਨਾ ਕੀਤਾ ਨਾ ਤੁਰ ਨਿਰਾਸ਼ ਹੋਏ ਅਬ ਜਾਵੋ। ਨਹੀਂ ਤਾਂ ਫਿਰ ਚਲੋ ਬੈਠੇ ਹੀ ਹਾਂ ਨਿਰਾਸ਼ ਹੋ ਕੇ, ਘਰਾਂ ਨੂੰ ਆਪਾਂ ਨਿਰਾਸ਼ ਹੋ ਕੇ ਮੁੜਨਾ ਤਾਂ ਹੈ ਹੀ। ਜੇ ਆਪਾਂ ਇਹਨਾਂ ਦੀ ਮੰਨਤਾ ਨਾ ਹਟਾਈ, ਮੰਨਤਾ ਨਾ ਇਹਨਾਂ ਦੀ ਜਿੰਨੀ ਪੂਜਾ ਹੋ ਰਹੀ ਹੈ, ਜੇ ਆਪਾਂ ਨਾ ਇਹ ਖਤਮ ਕੀਤੀ, ਆਏ ਨਾ ਬੋਰੋ ਆਸਨ ਲਾਵੋ। ਕਹਿੰਦੇ ਫਿਰ ਇੱਥੇ ਆਉਣ ਦੀ ਲੋੜ ਕੋਈ ਨਹੀਂ। ਜੇ ਦੁਬਾਰਾ ਐਤਕੀ ਆਏ ਹੋ, ਅੱਗੇ ਤੋਂ ਆਉਣ ਦੀ ਲੋੜ ਨਹੀਂ। ਇਹ ਕਿੱਥੇ? ਇਹ ਆਪਸ ਵਿੱਚ ਬੈਠ ਕੇ ਜਿੰਨੇ ਵੀ ਸਿੱਧ ਲੋਕ ਸਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਕਈ ਪੌੜੀਆਂ ਦੇ ਅੰਦਰ ਜਿਨ ਮੇਲਾ ਸ਼ਿਵਰਾਤ ਦਾ ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਵੀ ਇਸ ਮੇਲੇ ਦਾ ਕੀਤਾ, ਜਾਂ ਜਿਹੜੀ ਜਿਹੜੀ ਉੱਥੇ ਘਟਨਾ ਵਾਪਰੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ। ਇਹ ਆਪਸ ਵਿੱਚ ਲੱਗੇ ਕਹਿਣ, ਕਹਿੰਦੇ ਐਤਕੀ ਤਾਂ ਚਲੋ ਆ ਗਏ ਹੋ, ਜੇ ਨਾ ਇਹਨਾਂ ਦਾ ਕੋਈ ਉਪਚਾਰ ਕੀਤਾ ਅੱਗੇ ਤੋਂ ਇੱਥੇ ਆਉਣ ਦੀ ਲੋੜ ਵੀ ਨਹੀਂ। ਮਤੋ ਸੁਨਤ ਅਸਮੰਗਲ ਨਾਥ। ਹੁਣ ਵਿੱਚੋਂ ਕਈ ਜਿਵੇਂ ਬੇਨਤੀ ਪ੍ਰਥਮ ਵੀ ਕੀਤੀ, ਕਈ ਤਾਂ ਚਲੋ ਸਤਿਗੁਰੂ ਮਹਾਰਾਜ ਜੀਆਂ ਦੀ ਭਾਵਨ, ਮਹਾਰਾਜ ਜੀਆਂ ਦੀ ਸ਼ਕਤੀ ਨੂੰ ਮੰਨਣ ਵਾਲੇ ਵੀ, ਮਹਾਰਾਜ ਜੀਆਂ ਦੇ ਤੇਜ ਪ੍ਰਤਾਪ ਦੇ ਸਾਵੇਂ ਕਈ ਝੁਕਣ ਵਾਲੇ ਵੀ ਸਨ। ਇਹਨਾਂ ਵਿੱਚੋਂ ਸੀ ਗੁਰਮੁਖੋ ਇੱਕ ਮੰਗਲਨਾਥ ਨਾਮ ਦਾ ਸਿੱਧ। ਹੁਣ ਜਦੋਂ ਮੰਗਲਨਾਥ ਨੂੰ ਵੀ ਵਿੱਚ ਬਿਠਾਇਆ, ਮੰਗਲਨਾਥ ਨੇ ਸਾਰੀ ਇਹਨਾਂ ਦੀ ਗੱਲਬਾਤ ਸੁਣੀ। ਸੀਖ ਦੇਨ ਬੋਲੇ ਉਹ ਸਭ ਸਾਥਾ। ਹੁਣ ਉਹਨਾਂ ਨੂੰ ਸਿੱਖਿਆ ਵੀ ਤਾਂ ਵਿੱਚੋਂ ਦੇਣ ਵਾਸਤੇ ਮੰਗਲਨਾਥ ਨੇ ਸਾਰੀ ਗੱਲ ਸੁਣੀ ਵੀ ਆਪਾਂ ਇਹਨਾਂ ਨੂੰ ਹਟਾ ਦਿਓ, ਆਹ ਕਰ ਦਿਓ। ਇਸ ਪ੍ਰਕਾਰ ਨਾਲ ਮੰਗਲਨਾਥ ਨੇ ਵਿੱਚੋਂ ਗੱਲ ਕੱਟੀ। ਪੂਰਬ ਤੁਮ ਚਰਚਾ ਕਰ ਹਾਰੇ। ਮੰਗਲਨਾਥ ਲੱਗੇ ਕਹਿਣ, ਕਹਿੰਦੇ ਪਹਿਲਾਂ ਚਰਚਾ ਕਰਕੇ ਅਜੇ ਤੁਸੀਂ ਰੱਜੇ ਨਹੀਂ, ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਹਿੰਦੇ ਪਹਿਲਾਂ ਵੀ ਤੇ ਚਰਚਾ ਕੀਤੀ ਸੀ, ਉਸ ਵਕਤ ਵਾਲੀ ਚਰਚਾ ਤੁਹਾਡੀ ਕਿੱਥੇ ਗਈ? ਉਦੋਂ ਵੀ ਤਾਂ ਹਾਰੇ ਸੋ, ਤੇ ਜੇ ਹੁਣ ਵੀ ਗਏ ਤੇ ਹੁਣ ਤੁਸੀਂ ਪਾਤਸ਼ਾਹ ਕੋਲੋਂ ਕਿਵੇਂ ਜਿੱਤ ਜਾਓਗੇ? ਜਿਨ੍ਹਾਂ ਨੂੰ ਮਹਾਰਾਜ ਜੀਆਂ ਦੀ ਮਹਿਮਾ ਬਾਰੇ ਗਿਆਨ ਹੈ, ਇਹਨਾਂ ਵਿੱਚੋਂ ਮੰਗਲਨਾਥ ਨੇ ਸਾਧ ਸੰਗਤ ਜੀ ਸ਼ਬਦ ਕਹੇ, ਅਨੇਕ ਪਾਤ ਕੀ ਸ਼ਕਤ ਦਿਖਾਰੇ। ਆਪਾਂ ਨੇ ਨਾਨਾ ਪ੍ਰਕਾਰ ਦੀਆਂ ਸ਼ਕਤੀਆਂ ਵਿਖਾਈਆਂ ਸਨ। ਜਿਸ ਜਿਸ ਵਿਕੇ ਹੋ ਤੋ ਬਲ ਜੇਤਾ। ਜਿੰਨਾ ਵੀ ਕਿਸੇ ਦੇ ਅੰਦਰ ਕੋਈ ਬਲ ਸੀ, ਜਿਸ ਕਿਸੇ ਨੇ ਕੋਈ ਆਪੋ ਆਪਣੀ ਸ਼ਕਤੀ ਨਾਲ ਬਲ ਇਕੱਠਾ ਕੀਤਾ ਹੋਇਆ ਸੀ, ਜਿਸ ਦੇ ਕੋਲ ਜਿੰਨੀ ਵੀ ਕੋਈ ਰਿੱਧੀ ਸਿੱਧੀ ਸੀ ਆਪਾਂ ਵਿਖਾਈ ਸੀ। ਨਿਜ ਨਿਜ ਸਬਨ ਲਗਾਇਓ ਤੇਤਾ। ਸਾਰਿਆਂ ਨੇ ਆਪੋ ਆਪਣਾ ਬਲ ਵਿਖਾਇਆ ਸੀ। ਹਾਰ ਪਰੇ ਮੁਖ ਬੋਲੇ ਨਾਈ। ਉਸ ਵਕਤ ਆਪਾਂ ਹਾਰੇ ਸਾਂ ਤੇ ਮੁਖੋਂ ਇੱਕ ਵੀ ਬੋਲ ਨਹੀਂ ਸੀ ਕਿਹਾ। ਉਹ ਭਾਵੇਂ ਸਾਧ ਸੰਗਤ ਜੀਓ ਸੁਮੇਰ ਪਰਬਤ ਤੇ ਹੋਵੇ, ਭਾਵੇਂ ਉਹ ਨਾਨਕ ਮਤੇ ਪਾਵਨ ਪਵਿੱਤਰ ਸਥਾਨ ਤੇ ਹੋਵੇ। ਹੁਣ ਤੀਸਰੀ ਥਾਂ ਲੱਗੇ ਹਨ ਬਹਿਣ ਅਚਲ ਵਟਾਲੇ। ਕਹਿੰਦੇ ਉਸ ਵਕਤ ਆਪਾਂ ਹਾਰ ਕਰਕੇ ਪਹਿਲਾਂ 2 ਵਾਰੀ ਹਾਰੇ ਹਾਂ, ਕਿ ਅਜੇ ਵੀ ਕੋਈ ਕਸਰ ਹੈ? ਅਬ ਤੁਮ ਗਰਬਤ ਹੋ ਮਨ ਮਾਈ। ਕਹਿੰਦੇ ਹੁਣ ਤੁਸੀਂ ਆਪਣੇ ਹਿਰਦੇ ਅੰਦਰ ਅਹੰਕਾਰ ਪਏ ਕਰਦੇ ਹੋ, ਹੁਣ ਤੁਸੀਂ ਉਸ ਸਮੇਂ ਨੂੰ ਭੁੱਲ ਗਏ ਹੋ। ਹਟ ਕੋ ਕਰੋ ਲਾਜ ਕੋ ਖੋਈ। ਆਪਣਾ ਅਹੰਕਾਰ ਛੱਡੋ, ਅਹੰਕਾਰ ਨੂੰ ਛੱਡ ਕਰਕੇ ਤੁਮ ਤੇ ਹੋਰਾ ਹੋਏ ਨਾ ਸੋਈ। ਤੁਹਾਡੇ ਕੋਲੋਂ ਤੁਸੀਂ ਉਹਨਾਂ ਨੂੰ ਹੌਲਾ ਕਰਨਾ ਸੋਚਦੇ ਹੋ, ਉਹ ਤੁਹਾਡੇ ਕੋਲੋਂ ਹੌਲੇ ਨਹੀਂ ਹੋਣੇ। ਤੁਸੀਂ ਉਹਨਾਂ ਨੂੰ ਲੋਕਾਂ ਵਿੱਚ ਲੱਜਤ ਕਰਨਾ ਚਾਹੁੰਦੇ ਹੋ, ਪਰ ਇਹ ਗੱਲ ਨਹੀਂ ਜੇ ਬੰਨੀ। ਮੰਗਲਨਾਥ ਨੇ ਬਾਕੀ ਸਿੱਧਾਂ ਨੂੰ, ਮੰਗਲਨਾਥ ਨਾਮ ਦੇ ਸਿੱਧ ਨੇ ਬਾਕੀ ਸਿੱਧਾਂ ਨੂੰ ਇਹ ਬਚਨ ਕਿਹਾ, ਸੋ ਲੱਜਿਤ ਹੋਵੇ ਨੈ ਜੈ ਕੈਸੇ। ਤੁਹਾਡੇ ਕੋਲੋਂ ਉਹਨਾਂ ਨੇ ਲੱਜਤ ਨਹੀਂ ਹੋਣਾ। ਇਉਂ ਕਹਿ ਲਈਏ ਤੁਹਾਡੇ ਕੋਲੋਂ ਉਹ ਜਿੱਤੇ ਨਹੀਂ ਜਾਣੇ, ਉਹਨਾਂ ਤਾਂ ਸਾਰੀ ਦੁਨੀਆ ਜਿੱਤੀ ਹੈ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਨਾਂ ਸਾਰੀ ਦੁਨੀਆ ਜਿੱਤੀ ਹੈ। ਤੁਸੀਂ ਕਿਸ ਪ੍ਰਕਾਰ ਦੇ ਨਾਲ ਕੀ ਸੋਚ ਕੇ ਤੁਸੀਂ ਉਸ ਪਾਸੇ ਜਾ ਰਹੇ ਹੋ? ਤੁਮ ਕੋ ਜੀਤੋਗੇ ਬਿਦ ਤੈਸੇ। ਉਹਨਾਂ ਨੇ ਤੁਹਾਨੂੰ ਜਿੱਤ ਲੈਣਾ ਹੈ, ਤੁਸੀਂ ਉਹਨਾਂ ਨੂੰ ਨਹੀਂ, ਉਹਨਾਂ ਨੇ ਤੁਹਾਨੂੰ ਬਲਕਿ ਜਿੱਤ ਲੈਣਾ ਹੈ। ਤੁਮ ਨਿਜ ਮਨਤਾ ਚਾਹੋ ਜੇ ਪਾਈ। ਜੇ ਤੁਸੀਂ ਆਪਣੀ ਮੰਨਤਾ ਚਾਹੁੰਦੇ ਹੋ, ਸਰਬ ਗਰਬ ਨਿਜ ਦੇਓ ਨਸਾਈ। ਆਪਣਾ ਸਭ ਤੋਂ ਪਹਿਲਾਂ ਤਾਂ ਆ ਜਿਹੜਾ ਅਹੰਕਾਰ ਚੱਕੀ ਫਿਰਦੇ ਹੋ, ਤੁਸੀਂ ਆਪਣਾ ਅਹੰਕਾਰ ਦੂਰ ਕਰੋ।
ਪਾਤਸ਼ਾਹ ਦੇ ਚਰਨੀ ਪਵੋ ਹੋਵੇ ਅਨੁਸਾਰ ਮਿਲੋ ਅਬ ਤਾਈ। ਔਰ ਪਾਤਸ਼ਾਹ ਜੀ ਦੇ ਅਨੁਸਾਰੀ ਹੋ ਕਰਕੇ, ਮਹਾਰਾਜ ਜੀਆਂ ਦੇ ਅਨੁਸਾਰੀ ਹੋ ਕਰਕੇ ਮਿਲੋ। ਪਾਵੋ ਜੇ ਕਿਛ ਚਾਹੋ ਮਨ ਮਾਈ। ਕਹਿੰਦੇ ਜੇ ਪਾਤਸ਼ਾਹ ਜੀਆਂ ਦੇ ਕੋਲੋਂ ਜੋ ਵੀ ਤੁਹਾਡੀ ਇੱਛਾ ਹੈ, ਜੋ ਵੀ ਤੁਹਾਡੀ ਚਾਹਨਾ ਹੈ, ਆਪਣਾ ਅਹੰਕਾਰ ਦੂਰ ਕਰਕੇ ਪਾਤਸ਼ਾਹ ਜੀ ਦੇ ਚਰਨੀ ਜੁੜੋ ਤੇ ਜੋ ਵੀ ਅੰਦਰ ਦੀ ਇੱਛਾ ਹੈ ਸਾਹਿਬ ਦੇ ਘਰ ਤੋਂ ਪੂਰਨ ਕਰ ਲਵੋ। ਜੋ ਵੀ ਤੁਹਾਡੀ ਚਾਹਨਾ ਹੈ ਪਾਤਸ਼ਾਹ ਜੀ ਦੇ ਸਾਹਮਣੇ ਅੜੋ ਨਹੀਂ, ਪਾਤਸ਼ਾਹ ਜੀ ਦੇ ਸਾਹਮਣੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਹਮਣੇ ਜਾ ਕੇ ਝੁਕ ਜਾਵੋ। ਜਿਸ ਪ੍ਰਕਾਰ ਦੇ ਨਾਲ ਤੁਸੀਂ ਉੱਥੋਂ ਕੁਝ ਪ੍ਰਾਪਤ ਆਪਾਂ ਨੂੰ ਹੋ ਜਾਵੇਗਾ। ਸੁਨ ਕੇ ਭੰਗਰ ਨਾਥ ਖਿਜਾਵਾ। ਭੰਗਰਨਾਥ ਸੁਣ ਕੇ ਨਾ ਕੋਲੋਂ ਇੰਨੀ ਗੱਲ ਮੰਗਲਨਾਥ ਦੀ ਭੰਗਰਨਾਥ ਨੇ ਸੁਣੀ ਤੇ ਸੁਣਦਿਆਂ ਸਾਰੀ ਨਾ ਖਿਜ ਗਿਆ, ਜਿਵੇਂ ਬਿੱਛੂ ਡੰਗ ਮਾਰ ਗਿਆ ਹੋਵੇ। ਇੱਕੋ ਦਮ ਹੀ ਗੱਲ ਸੁਣੀ, ਸੁਣ ਕਰਕੇ ਇੱਕੋ ਦਮ ਹੀ ਬੜਾ ਹੀ ਖਿਜ ਕੇ ਲੱਗਾ ਕਹਿਣ, ਛੂਛੇ ਕੱਟ ਜਿਉ ਬਚਨ ਅਲਾਵਾ। ਖਾਲੀ ਭਾਂਡਾ ਬੜਾ ਹੀ ਆਵਾਜ਼ ਕਰਦਾ ਹੈ, ਇਸ ਪ੍ਰਕਾਰ ਨਾਲ ਉਹਨੇ ਬਚਨ ਕਹੇ, ਪੂਰਬ ਹੀ ਪੱਖੀ ਤਿਸ ਕੇਰਾ। ਕਹਿੰਦੇ ਮੈਨੂੰ ਪਹਿਲਾਂ ਹੀ ਪਤਾ ਸੀ, ਪਹਿਲਾਂ ਵੀ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪੱਖ ਕਰਦੇ ਸੋ, ਉਹਨਾਂ ਦੇ ਵੱਲ ਦੇ ਸੋ, ਬਸ ਸਾਡੇ ਨਾਲ ਤਾਂ ਤੁਸੀਂ ਉਂਝ ਹੀ ਲਗੇ ਫਿਰਦੇ ਹੋ। ਪਹਿਲਾਂ ਵੀ ਤੁਹਾਡੀ ਜਿਹੜੀ ਗੱਲਬਾਤ ਸੀ, ਪਹਿਲਾਂ ਵੀ ਸਾਰੀ ਗੱਲਬਾਤ ਤੁਸੀਂ ਉਹਨਾਂ ਵੱਲ ਹੀ ਕਰਦੇ ਹੋ। ਕਰ ਤੋਰਿਓ ਵਿਪਰਜੈ ਚੇਰਾ। ਤੁਸੀਂ ਹਮੇਸ਼ਾ ਹੀ ਉਹਨਾਂ ਦੇ ਪੱਖ ਦੀ ਗੱਲ ਪਹਿਲਾਂ ਵੀ ਕੀਤੀ, ਸਾਡੇ ਤੋਂ ਉਲਟ ਹੀ ਚੱਲੇ ਹੋ। ਆਪਣੋ ਪੰਥ ਛੋੜ ਤੈ ਦੀਨਾ। ਉਹ ਆਪਣਾ ਪੰਥ ਛੱਡ ਦਿੱਤਾ ਹੈ, ਜੋ ਸਿੱਧ ਮੰਡਲੀ ਦਾ ਪੰਥ ਹੈ। ਭੰਗਰਨਾਥ ਨੇ ਮੰਗਲਨਾਥ ਨੂੰ ਇੰਨੀ ਗੱਲ ਕਹੀ, ਤੂੰ ਆਪਣਾ ਪੰਥ ਛੱਡ ਦਿੱਤਾ ਹੈ। ਤੈ ਕੋ ਮਤੋ ਗ੍ਰਹਿਣ ਕਰ ਲੀਨਾ। ਤੁਸੀਂ ਤਾਂ ਉਹਨਾਂ ਦਾ ਮਤ ਗ੍ਰਹਿਣ ਕਰ ਲਿਆ ਹੈ, ਤੁਸੀਂ ਤਾਂ ਸਾਡੇ ਵਿੱਚ ਬੈਠੇ ਸ਼ੋਭਦੇ ਵੀ ਨਹੀਂ ਹੋ। ਇਹ ਜਿਹੜੇ ਕਈ ਸ਼ਬਦ ਭੰਗਰਨਾਥ ਨੇ ਗੁੱਸੇ ਵਿੱਚ ਆਪਣੇ ਸਾਥੀ ਨੂੰ ਕਹੇ ਹਨ। ਕਿਸ ਬਿਦ ਤੇਰੋ ਕਹਿਓ ਨਾ ਮਾਨੇ। ਮੈਂ ਨਹੀਂ ਮੰਨਣਾ, ਅਸਾਂ ਨਹੀਂ ਮੰਨਣਾ ਤੇਰੀ ਗੱਲ ਨੂੰ। ਜੋ ਹੁਣ ਤੁਸੀਂ ਸਾਡੇ ਨਾਲ ਇਹ ਸਲਾਹ ਕਰ ਰਹੇ ਹੋ, ਅਸੀਂ ਸਾਰੀ ਸਲਾਹ ਕੀਤੀ ਹੈ, ਅਸੀਂ ਤੇਰੀ ਗੱਲ ਨੂੰ ਨਹੀਂ ਮੰਨਣਾ। ਹਮ ਚਰਚਾ ਤੇ ਸੰਗ ਬਖਾਨੇ। ਅਸੀਂ ਉਹਨਾਂ ਨਾਲ ਹਰ ਹਾਲਤ ਵਿੱਚ ਚਰਚਾ ਕਰਾਂਗੇ, ਸ਼ਕਤੀਆਂ ਵੀ ਵਿਖਾਵਾਂਗੇ, ਚਰਚਾ ਵੀ ਕਰਾਂਗੇ। ਤੁਝ ਦੇਖਤ ਹਮ ਲੇਵੇਂ ਜੀਤੀ। ਤੂੰ ਵੇਖਦਾ ਜਾਈ, ਕੋਲੋਂ ਵੀ ਕਹਿ ਦਿੱਤਾ, ਤੂੰ ਵੇਖਦਾ ਜਾਈ, ਕੋਲ ਬੈਠਾ, ਅਸੀਂ ਕਿਸ ਪ੍ਰਕਾਰ ਨਾਲ ਉਹਨਾਂ ਨੂੰ ਜਿੱਤਾਂਗੇ। ਤੋ ਨਿਸ਼ਚੈ ਉਰ ਆਏ ਪ੍ਰਤੀਤੀ। ਫਿਰ ਤੈਨੂੰ ਵੱਡੀ ਪ੍ਰਤੀਤ, ਫਿਰ ਤੈਨੂੰ ਹਿਰਦੇ ਅੰਦਰ ਨਿਸ਼ਚਾ ਆਏਗਾ ਜਦੋਂ ਅਸੀਂ ਉਹਨਾਂ ਨੂੰ ਜਿੱਤ ਲਵਾਂਗੇ। ਅਸ ਕੈ ਕਰ ਗਮਨੇ ਦ੍ਰਿਸ਼ਟਾਈ। ਔਰ ਇਸ ਪ੍ਰਕਾਰ ਦੇ ਨਾਲ ਗੱਲਬਾਤ ਕਰਦਿਆਂ ਜਿੱਧਰ ਪਾਤਸ਼ਾਹ ਜੀ ਬੈਠੇ ਨੇ ਉਧਰ ਨੂੰ ਚੱਲ ਪਏ। ਪ੍ਰਭ ਟਿਗ ਪੀਰ ਹੁਤੀ ਬੋ ਜਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਜੁੜੀਆਂ ਹੋਈਆਂ ਸਨ। ਕਰਤ ਭਗਤੀਏ ਭਗਤ ਪ੍ਰਕਾਰਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ, ਉੱਥੇ ਸਾਧ ਸੰਗਤ ਜੀਓ ਜਿਹੜੇ ਭਗਤੀਏ ਸਨ, ਰਾਸ ਧਾਰੀਏ ਰਾਸਾਂ ਪਾ ਰਹੇ ਸਨ। ਸਤਿਗੁਰੂ ਸ਼੍ਰੀ, ਕਿਉਂਕਿ ਰਾਸ ਧਾਰੀਏ ਤਾਂ ਜਿਵੇਂ ਉਹਨਾਂ ਤਾਂ ਆਪੋ ਆਪਣੇ ਪੇਟ ਪੂਰਤੀ ਦੇ ਕੰਮ ਵਿੱਚ ਲੱਗੇ ਹਨ, ਰਾਸ ਧਾਰੀਏ ਕਈ ਵਿੱਚੋਂ ਭਗਤੀ ਵਾਲੇ ਵੀ ਜਿਹੜੇ ਨੱਚ ਕੇ ਪ੍ਰਭੂ ਨੂੰ ਸਿਮਰਨ ਦੇ ਵਿੱਚ ਜੁੜੇ ਹਨ। ਵਾਇਨ ਚੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਪਵਿੱਤਰ ਸ਼ਲੋਕਾਂ ਵਿੱਚ ਵੀ ਜ਼ਿਕਰ ਕੀਤਾ, ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਣ ਫੇਰਨ ਸਿਰ। ਇਸ ਪ੍ਰਕਾਰ ਦੇ ਨਾਲ ਜਿਹੜੇ ਭਗਤੀ ਪਰਿਪੂਰਨ ਪਰਮਾਤਮਾ ਨੂੰ ਧਿਆਉਣ ਵਾਲੇ, ਉਹ ਉੱਥੇ ਸਾਧ ਸੰਗਤ ਜੀਓ ਰਾਸ ਧਾਰੀਏ ਰਾਸ ਪਾ ਰਹੇ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਪਾਸੇ ਬੈਠੇ ਸਨ, ਉਹ ਦੂਸਰੇ ਪਾਸੇ ਬੈਠੇ ਹੋਏ ਰਾਸਾਂ ਪਾ ਰਹੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਸਾਧ ਸੰਗਤ ਜੀਓ ਉਸ ਥਾਂ ਤੇ ਇਹ ਜਿਹੜੇ ਸਾਰੇ ਸਿੱਧ ਇਕੱਠੇ ਹੋਏ ਹਨ, ਗਏ ਹਨ ਪਾਤਸ਼ਾਹ ਜੀਆਂ ਨੂੰ ਹਰਾਉਣ ਵਾਸਤੇ। ਪਰ ਮਹਾਰਾਜ ਜੀ ਤਾਂ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ। ਉਹ ਤਾਂ ਮੇਰ ਪਰਬਤ ਨੂੰ ਹਿਲਾਉਣ ਵਾਸਤੇ ਗਏ ਹਨ ਸਿੱਧ ਸਾਰੇ ਇਕੱਠੇ ਹੋ ਕਰਕੇ।
ਔਰ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਜਿਹੜੀ ਚਰਚਾ ਹੋਈ ਹੈ, ਕਿਹਨਾਂ ਕਿਹਨਾਂ ਪ੍ਰਸੰਗਾਂ ਉੱਪਰ ਚਰਚਾ ਹੋਈ, ਮਹਾਰਾਜ ਜੀਆਂ ਨੇ ਭੰਗਰਨਾਥ ਨੂੰ ਕਿਵੇਂ ਝਿੜਕਿਆ, ਮਿੱਠੀ ਝਿੜਕ ਕਿਵੇਂ ਦਿੱਤੀ, ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਕਿਵੇਂ ਆਣ ਕੇ ਝੁਕੇ, ਅਗਲੇਰੇ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ। ਭੰਗਰਨਾਥ ਅੱਗੇ ਆਗੂ ਲੱਗ ਕੇ ਜਾ ਰਿਹਾ ਹੈ, ਬਾਕੀ ਸਿੱਧਾ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਹਰਾਉਣ ਵਾਸਤੇ। ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁਤ ਹੈ ਪਾਰ ਬ੍ਰਹਮਾ, ਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ, ਗੁਣ ਤਾਸ ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਵਟੇ ਹੇ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਬੇ ਹੇ ਅਪਰੰਪਰ ਹਰ ਹਰੇ, ਪੀਓ ਅਣਹਾਰ हे संता का सदा संग, ਧਾਰਾ ਆਧਾਰ हे ठाकुर हों दासुरु, ਨਿਰਗੁਣ ਗੁਣ ਨਹੀਂ ਕੋਈ नानक दीजा नाम दान, ਰਾਖੋਈ ਐ ਪਰੋਏ आए प्रभ शरनागते, ਕਿਰਪਾ ਨਿਧ ਦਿਆਲ एक अखर हर मन वस्तु, ਨਾਨਕ ਹੋਤ ਨਿਆਲ वाहिगुरु नाम जहाज है, ਸੋ ਤੇਰੇ ਪਾ जो श्रद्धा कर सीम दे, ਪਾਰੇ ਉਤਾਰ ਨਿਆਰ जो श्रद्धा कर सीम दे। ਪਾਰੇ ਉਤਾਰ ਨਿਆਰ वाहिगुरु जी का खालसा, वाहिगुरु जी की